देश दुनिया च वसते पंजाबियों को खुशामदीद। मैं हरजिंदर सिंह रंधावा, तुम देख रहे हो पंजाब टैलीविजन और मेरे नाल ने सीनियर जर्नलिस्ट सरदार हमीर सिंह जी, संपादक पंजाब टैलीविजन। इन्हां दे नाल ने सरदार जगतार सिंह, सीनियर जर्नलिस्ट इंडियन एक्सप्रैस च ताउमरे नाल काम कीता और हिस्टरी नाल जुड़े हुए ने। मैं आप जी नूं जी आया आखदा। थैंक यू, शुक्रिया जी। कदे कदे सत्ता दे गलियारिਆਂ च गेड़ा वजे अंदरलियां कंसोवां तुहानूं बन के बिठा लैंदियां। ਜ਼ਿਕਰ ਕਰਨ ਨੂੰ ਜੀ ਕਰਦਾ ਕਿ ਅੰਦਰ ਵਾਪਰ ਕੀ ਰਿਹਾ। ਪੰਜਾਬ ਸਰਕਾਰ ਦੇ ਦੋ ਵੱਡੇ ਅਹੁਦੇ ਪ੍ਰਸ਼ਾਸਨਿਕ ਹਲਕਿਆਂ ਦੇ ਵਿੱਚ ਸੁਪਰ ਪਾਵਰ ਹੁੰਦੀ ਹੈ, ਪ੍ਰਿੰਸੀਪਲ ਸੈਕਟਰੀ ਟੂ ਸੀਐਮ ਤੇ ਚੀਫ ਸੈਕਟਰੀ। ਇਹ ਦੋ ਅਹੁਦੇ ਜਲਦੀ ਖਾਲੀ ਹੋਣ ਵਾਲੇ ਆ। ਇਹ ਜਦੋਂ ਖਾਲੀ ਹੁੰਦੇ ਆ ਤੇ ਇਹਨਾਂ ਤੋਂ ਲੌਬਿੰਗ ਕਰਨੀ ਹੁੰਦੀ ਹੈ, ਇਹਨਾਂ ਦੇ ਨਾਲ ਨਾਲ ਬਿਊਰੋਕ੍ਰੇਸੀ ਦੀ ਇੱਕ ਹੋਰ ਲੇਅਰ ਲੌਬਿੰਗ ਕਰਨ ਲੱਗ ਜਾਂਦੀ ਹੈ। ਉੱਥੇ ਵੀ ਇੱਕ ਘੇਰਾਬੰਦੀ ਹੋਣੀ ਸ਼ੁਰੂ ਹੋ ਜਾਂਦੀ ਆ। ਮੌਜੂਦਾ ਚੀਫ ਸੈਕਟਰੀ ਵੀਕੇ ਜੰਜੂਆ ਸੰਬੰਧੀ ਇੱਕ ਪੱਤਰ ਕਾਫੀ ਦਿਨ ਪਹਿਲਾਂ ਮੁੱਖ ਮੰਤਰੀ ਦੇ ਸਾਈਨਾਂ ਥੱਲੇ ਕੇਂਦਰ ਨੂੰ ਲਿਖਿਆ ਗਿਆ, ਐਕਸਟੈਂਸ਼ਨ ਦਿਓ। ਯੂਪੀ ਦੇ ਵਿੱਚ ਵੀ ਇਸ ਤਰ੍ਹਾਂ ਚੀਫ ਸੈਕਟਰੀ ਨੂੰ ਐਕਸਟੈਂਸ਼ਨ ਮਿਲੀ ਔਰ ਹੋਰ ਵੀ ਹਵਾਲੇ ਇਸ ਤਰ੍ਹਾਂ ਦੇ ਮਿਲਦੇ ਨੇ, ਲੇਕਿਨ ਅਜੇ ਤੱਕ ਕੋਈ ਦੱਸ ਧੁੱਖ ਨਹੀਂ, ਕੋਈ ਚਿੱਠੀ ਸੁੱਖ ਸਾਂਦ ਦੀ ਹੈ ਨਹੀਂ। ਥੱਲੇ ਦੇ ਬੰਨੇ ਲੌਬਿੰਗ ਹੋ ਰਹੀ ਆ, ਜੰਜੂਆ ਸਾਹਿਬ ਰਹਿਣ ਜਾਂ ਨਹੀਂ ਰਹਿਣ। ਕਿ ਜਦੋਂ ਜੰਜੂਆ ਸਾਹਿਬ ਥੋੜੀ ਦੇਰ ਬਾਅਦ ਰਿਟਾਇਰ ਹੋ ਜਾਣਗੇ ਤਾਂ ਕੀ ਉਹਨਾਂ ਨੂੰ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਬਿਠਾਇਆ ਜਾਊਗਾ? ਦਫ਼ਤਰ ਦੇ ਵਿੱਚ ਵੀ ਆਪਸੀ ਸਿਆਸਤ ਹੈ ਕਿ ਵੇਨੂ ਪ੍ਰਸ਼ਾਦ ਜੰਜੂਆ ਸਾਹਿਬ ਦੇ ਨਾਲ ਰਹਿ ਪਾਉਣਗੇ, ਕਿਉਂਕਿ ਉਹਨਾਂ ਨੇ 1 ਮਹੀਨਾ ਬਾਅਦ ਇਹਨਾਂ ਤੋਂ 31 ਜੁਲਾਈ ਨੂੰ ਰਿਟਾਇਰ ਹੋਣਾ। 30 ਜੂਨ ਨੂੰ ਜੰਜੂਆ ਸਾਹਿਬ ਰਿਟਾਇਰ ਹੋ ਰਹੇ ਆ। ਇਹਦੇ ਨਾਲ ਨਾਲ ਇੱਕ ਕੰਸੋ ਹੋਰ ਅੰਦਰੋਂ ਪਤਾ ਲੱਗੀ ਕਿ ਕੀ ਦਿਨਕਰ ਗੁਪਤਾ ਸਾਬਕਾ ਡੀਜੀਪੀ ਪੰਜਾਬ, ਜਿਹੜੇ ਕਿ ਹੁਣ NIA ਦੇ ਚੀਫ ਨੇ, ਕਿ ਉਹ CBI ਦੇ ਚੀਫ ਬਣ ਰਹੇ ਨੇ, ਕਿ ਉਹ CBI ਦੇ ਡਾਇਰੈਕਟਰ ਬਣਨ ਜਾ ਰਹੇ ਨੇ। ਇੱਕ ਹੋਰ ਭਾਰਤੀ ਜਨਤਾ ਪਾਰਟੀ ਸ਼ਾਸਿਤ ਪ੍ਰਦੇਸ਼ ਦੇ ਮੌਜੂਦਾ DGP ਔਰ ਦਿਨਕਰ ਗੁਪਤਾ ਦਾ ਨਾਂ ਇਹ ਸੱਤਾ ਦੇ ਗਲਿਆਰਿਆਂ ਚੋਂ ਨਿਕਲ ਕੇ ਆਉਂਦਾ। ਜੇਕਰ ਉਹ CBI ਦੇ ਚੀਫ ਬਣ ਜਾਂਦੇ ਆ ਤੇ ਇਹਦਾ ਪੰਜਾਬ ਤੇ ਕੋਈ ਅਸਰ ਹੈ ਕਿ ਨਹੀਂ, ਕਿਉਂਕਿ ਉਹ ਰਗ ਰਗ ਤੋਂ ਵਾਕਿਫ ਹੈ ਇੱਥੋਂ ਦੀਆਂ ਸਿਆਸਤਾਂ ਤੋਂ ਔਰ ਖਾਸ ਤੌਰ ਤੇ ਅਫਸਰਸ਼ਾਹੀ, ਪੁਲਿਸ ਦੀ ਅੰਦਰਲੀ ਪੋਲਿਟਿਕਸ ਔਰ ਬਹੁਤ ਕੁਝ ਇਹੋ ਜਿਹਾ ਕਿ ਜੰਜੂਆ ਸਾਹਿਬ ਦੇ ਖਿਲਾਫ ਵੀ ਕੋਈ ਲੌਬਿੰਗ ਹੋ ਰਹੀ ਹੈ ਅਫਸਰਸ਼ਾਹੀ ਦੇ ਵਿੱਚ ਜਾਂ ਉਹਨਾਂ ਨੂੰ ਸਪੋਰਟ ਕੀਤਾ ਜਾ ਰਿਹਾ। ਇਹ ਮਾਮਲੇ ਐਡਰੈਸ ਕਰਦੇ ਆ। ਦੂਜਾ ਮਾਮਲਾ ਕਾਫੀ ਅਹਿਮ ਆ, ਉਹ ਮਾਮਲਾ ਹੈ ਦਿੱਲੀ ਦੇ ਵਿੱਚ ਇੱਕ ਖੁਸ਼ੀ ਮਿਲੀ ਗੱਲ ਸੁਪਰੀਮੋ ਨੂੰ। ਉਹਨਾਂ ਨੂੰ ਅਖਤਿਆਰਾਤ ਮਿਲ ਗਏ ਕਿ ਦਿੱਲੀ ਵਾਲਿਆਂ ਦੀ ਚੁਣ ਕੇ ਆਇਆਂ ਦੀ ਫੈਸਲੇ ਉਹ ਲੈਣਗੇ। ਇੱਕ ਫੈਸਲਾ ਲਿਆ, ਅਟਕ ਗਿਆ, ਸਿਰੇ ਨਹੀਂ ਚੜਿਆ, ਫਿਰ ਕੋਰਟ ਭੱਜਣਾ ਪੈ ਗਿਆ। ਇਹ ਪੂਰੀ ਰੱਸਾਕਸ਼ੀ ਆ, ਇਹ ਸਿਆਸਤ ਹੈ, ਕੌਡੀ ਆ, ਜਿਹਨੂੰ ਸਾਡੇ ਵੱਲ ਕਬੱਡੀ ਵੀ ਕਹਿੰਦੇ। ਕਬੱਡੀ ਤੇ ਕੌਡੀ ਦਾ ਇੱਕੋ ਜਿਹਾ ਹੀ ਅਰਥ ਹੁੰਦਾ, ਸਾਹ ਕਿਹਦਾ ਛੇਤੀ ਫੁੱਲਦਾ। ਖੈਰ ਤੁਰਦੇ ਆ ਅੱਗੇ। ਸੱਤਾ ਬਹੁਤ ਕੁਝ ਕਰਾਉਂਦੀ ਹੈ। ਸੱਤਾ ਨੇ ਹੁਣ ਪਰਚੇ ਕਰਾਤੇ। ਕ੍ਰਾਸ ਪਰਚਾ ਸਾਡੇ ਪਿੰਡਾਂ ਦੀ ਆਮ ਉਦਾਹਰਨ ਹੈ। ਕਿਸੇ ਦੇ ਸੱਟ ਫੇਟ ਲੱਗ ਜੇ, ਦੂਜਾ ਝੂਠੀ ਛੱਬੀ ਬਣਾਉਣ ਤੁਰ ਪੈਂਦਾ। ਜਿਹੜੇ ਸਰਕਾਰੀ ਹਸਪਤਾਲਾਂ ਵਾਲੇ, ਉਹਨਾਂ ਦੀ ਬੜੀ ਚਾਂਦੀ ਹੁੰਦੀ ਇਹਨਾਂ ਮਾਮਲਿਆਂ 'ਚ। ਸੋ ਛੱਬੀਆਂ ਦਾ ਕਲਚਰ ਕਦੇ ਮੁੱਕਿਆ ਨਹੀਂ। ਸਿਆਸੀ ਤੌਰ ਤੇ ਜਿਹੜੇ ਬਦਲਾਖੋਰੀ ਦੇ ਪਰਚੇ ਆ ਉਹ ਵੀ ਜਾਨ ਨਹੀਂ ਛੱਡਦੇ। ਹੁਣ ਜਿਸ ਦਿਨ ਜਲੰਧਰ ਦੀ ਜਿਮਨੀ ਚੋਣ ਦੀ ਵੋਟਿੰਗ ਸੀ, ਉਸ ਦਿਨ ਜਿਹੜੇ ਸੱਤਾਧਾਰੀਆਂ ਨੂੰ ਪੰਗੇ ਪਏ, ਹੁਣ ਉਹਨਾਂ ਕਾਂਗਰਸੀਆਂ ਨੂੰ ਵੀ ਪਾ ਲਏ, ਗੋਲ ਗਲੂੰਡੀ ਪੈ ਗਈ। ਸਭ ਤੋਂ ਪਹਿਲਾਂ ਸਰਦਾਰ ਹਮੀਰ ਸਿੰਘ ਜੀ, ਵੈਸੇ ਆਮ ਬੰਦੇ ਨੂੰ ਬਹੁਤਾ ਫਰਕ ਨਹੀਂ ਪੈਂਦਾ ਚੀਫ ਸੈਕਟਰੀ ਕੌਣ ਆ, ਪ੍ਰਿੰਸੀਪਲ ਸੈਕਟਰੀ ਕੌਣ ਆ, ਹੁਣ ਗਾਂ ਕੌਣ ਹੋਊਗਾ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। CBI ਦੇ ਚੀਫ ਲੱਗਣ ਨਾਲ ਵੀ ਕੋਈ ਫਰਕ ਨਹੀਂ ਪੈਂਦਾ। ਪਰ ਸਿਆਸੀ ਜਮਾਤ ਬਿਊਰੋਕ੍ਰੇਸੀ ਦੇ ਵਿੱਚ ਘੁਸਰ ਮੁਸਰ ਚੱਲਦੀ ਰਹਿੰਦੀ। ਸੋ ਇਹ ਦੋ ਵੱਡੇ ਅਹੁਦੇ ਖਾਲੀ ਹੋਣ ਵਾਲੇ ਆ ਤੇ ਅੰਦਰਲੀ ਜਿਹੜੀ ਜਮਾਤੀ ਘੋਲ ਹੈ ਉਹਦੇ ਵਿੱਚ ਲੌਬਿੰਗ ਚੱਲ ਰਹੀ ਆ। ਥੋੜਾ ਜਿਹਾ ਐਲੈਬੋਰੇਟ ਕਰ ਦਿਓ, ਥੋੜਾ ਸਵਾਦ ਜਿਹਾ ਹੀ ਆ ਜਾਊਗਾ ਜੀ, ਹੋਰ ਕੁਝ ਨਹੀਂ। ਤਾਂ ਅਸਲ ਦੇ ਵਿੱਚ ਫਰਕ ਤਾਂ ਪੈਂਦਾ ਇੱਕ ਉੱਪਰਲੇ ਐਲੀਟ ਨੂੰ, ਜਿਹੜੇ ਸੱਤਾ ਦੇ ਕੋਰੀਡੋਰਾਂ 'ਚ ਝਾਕੀਆਂ ਮਾਰਦੇ ਰਹਿੰਦੇ ਨੇ, ਉਹਨਾਂ ਨੂੰ ਵੀ ਫਰਕ ਪੈਂਦਾ, ਤੇ ਜਿਹੜੇ ਬੈਠੇ ਨੇ ਉਹਨਾਂ ਪੋਸਟਾਂ ਤੇ ਉਹਨਾਂ ਨੂੰ ਵੀ ਫਰਕ ਪੈਂਦਾ। ਮਤਲਬ ਇਹ ਠੀਕ ਆ, ਆਮ ਪਬਲਿਕ ਦਾ ਕੋਈ ਉੱਥੇ ਤੱਕ ਪਹੁੰਚ ਨਹੀਂ ਹੁੰਦੀ ਜਾਂ ਪਤਾ ਨਹੀਂ ਹੁੰਦਾ ਕੀ ਗੱਲ ਹੈ, ਉਹ ਅਲੱਗ ਗੱਲ ਹੈ ਜੀ। ਪਰ ਜਿਹੜਾ CBI ਚੀਫ ਤੇ ਅੱਜ ਕੱਲ ਬਹੁਤ ਇੰਪੋਰਟੈਂਟ ਗੱਲ ਮੰਨੀ ਜਾਂਦੀ ਹੈ, ਸਾਰੇ ਆਪੋਜੀਸ਼ਨ ਦੀ ਜਿਹੜੀ ਘੰਡੀ ਹੈ, ਉਹ ਜਿਹੜੇ ਕਹਿੰਦੇ ਨੇ ਸੈਂਟਰਲ ਏਜੰਸੀਆਂ ਨੂੰ ਪਿੱਛੇ ਪਾ ਦਿਓ, ਜਿਹਦੇ ਮਰਜ਼ੀ ਪਾ ਦਿਓ। ਇਹ ਬੜਾ ਵੱਡਾ ਮਾਮਲਾ ਹੈ CBI ਦਾ। ਭਾਵੇਂ ਹਾਲਾਂਕਿ ਜਿਹੜੀਆਂ ਨਾਨ BJP ਸਟੇਟਸ ਨੇ ਪੰਜਾਬ ਦੇ ਸਮੇਤ, ਉਹ ਇਦੋਂ ਪਹਿਲਾਂ ਹੀ, ਇਸ ਗੌਰਮੈਂਟ ਤੋਂ ਪਹਿਲਾਂ ਹੀ ਪੰਜਾਬ ਨੇ ਵੀ ਕਰਤਾ ਸੀ, CBI ਨੂੰ ਮਨਾ ਕਰਤਾ ਸੀ, ਕਿਉਂਕਿ ਸਟੇਟ ਗੌਰਮੈਂਟਾਂ ਦੇ ਕਹਿਣ ਤੇ ਹੀ ਇੰਟਰ ਕਰ ਸਕਦੇ ਹੋ ਕਿਸੇ ਵੀ ਮਾਮਲੇ ਦੇ ਵਿੱਚ। ਔਰ ਜਿਹੜੇ ਇਹਦੇ ਹੁਣ ਮਤਲਬ ਪੋਸਟ ਖਾਲੀ ਹੈ ਚੀਫ ਦੀ, ਤਾਂ ਸਾਡੇ ਇੱਕ ਤਾਂ ਗੱਲ ਹੈਗੀ, ਉਹ ਸੀ ਸਾਡੇ DGP ਰਹੇ,
ਤੇ ਡੀਜੀਪੀ ਸਾਹਿਬ ਨੂੰ ਜਦੋਂ ਹਟਾ ਦਿੱਤਾ ਗਿਆ ਤੇ ਤੁਰੰਤ ਨੌਕਰੀ ਉਹਨਾਂ ਨੂੰ ਦਿੱਲੀ 'ਚ ਮਿਲ ਗਈ। ਦਿੱਲੀ 'ਚ ਵੀ ਕੋਈ ਛੋਟੀ ਨਹੀਂ ਮਿਲੀ, ਮਤਲਬ ਐਨਆਈਏ ਦੇ ਹੈੱਡ ਦੇ ਤੌਰ ਤੇ ਮਿਲ ਗਈ। ਔਰ ਇਸ ਕਰਕੇ ਉਹ ਗਵਰਨਮੈਂਟ ਆਫ ਇੰਡੀਆ 'ਚ ਨੇੜੇ ਤਾਂ ਹੈਗੇ ਹੀ ਨੇ ਉਸ ਪੱਧਰ ਦੇ ਉੱਤੇ। ਤੇ ਸਾਡੇ ਜਿਹੜੇ ਦੂਜੇ ਅਫਸਰ ਵੀ ਲੱਗੇ ਹੋਏ ਨੇ ਈਵਨ ਰਾਹ ਦੇ ਵਿੱਚ ਵੀ, ਉਹਨਾਂ ਨੂੰ ਵੀ ਐਕਸਟੈਂਸ਼ਨ ਤੇ ਐਕਸਟੈਂਸ਼ਨ ਮਿਲੀ ਲਗਾਤਾਰ। ਉਹ ਲਗਾਤਾਰ ਮਤਲਬ ਫੇਵਰੇਟ ਦਿਖਾਈ ਦੇ ਰਹੇ ਨੇ। ਇਸ ਕਰਕੇ ਜੇ ਉਹ ਖਾਲੀ ਪੋਸਟ ਤੇ ਜੇ ਜਿਹੜੇ ਨਾਮ ਚੱਲ ਰਹੇ ਨੇ, ਜੇ ਇਹ ਜਾਂ ਮੱਧ ਪ੍ਰਦੇਸ਼ ਦੇ ਡੀਜੀਪੀ ਦਾ, ਤਾਂ ਕੌਣ ਬਾਜੀ ਮਾਰਦਾ ਹੈ ਪਤਾ ਲੱਗੂ। ਪਰ ਜੇ ਪੰਜਾਬ ਤੋਂ ਚਲਾ ਜਾਂਦਾ ਹੈ ਤਾਂ ਪੰਜਾਬੀਆਂ ਲਈ ਤਾਂ ਇੰਟਰਸਟਿੰਗ ਹੋਏਗਾ ਹੀ, ਪੰਜਾਬੀ ਅਫਸਰਾਂ ਲਈ ਵੀ, ਜਿਹੜੇ ਵਿਰੋਧੀ ਰਹੇ ਉਹਨਾਂ ਲਈ ਵੀ, ਜਿਹੜੀ ਜਿੱਥੇ ਇੱਥੇ ਉਹ ਮੁਖੀ ਰਹਿ ਗਏ ਤੇ ਉਸ ਤੰਤਰ ਦੇ ਅੰਦਰ ਵੀ ਕੋਈ ਆਪਸੀ ਦੋਸਤੀਆਂ ਦੁਸ਼ਮਣੀਆਂ ਕਈ ਟਾਈਪ ਦੇ ਖਿਲਾਫ ਹੁੰਦੇ ਨੇ, ਉਹਨੂੰ ਕਿਵੇਂ ਡੀਲ ਕਰਨਗੇ, ਇਹ ਸਾਰੀਆਂ ਚੀਜ਼ਾਂ ਰਹਿੰਦੀਆਂ ਨੇ। ਫਿਰ ਗਵਰਨਮੈਂਟਾਂ ਬਾਰੇ ਵੀ ਐਟੀਟਿਊਡ ਕਿਹਦੇ ਨੇੜੇ ਰਹੇ ਹੋ ਕਿਹਦੇ ਨਹੀਂ। ਹਾਲਾਂਕਿ ਨਾਰਮਲੀ ਪੁਲਿਸ ਤੇ ਬਿਊਰੋਕ੍ਰੇਸੀ ਨੂੰ ਸਾਡੇ ਮੰਨਿਆ ਜਾਂਦਾ ਹੈ ਸਿਧਾਂਤਕ ਤੌਰ ਤੇ ਕਿ ਨਿਊਟਰਲ ਹੁੰਦੇ ਨੇ, ਪਰ ਪਿਛਲੇ ਲੰਮੇ ਸਮੇਂ ਤੋਂ ਤਾਂ ਹੁਣ ਅਸੀਂ ਨਾਮ ਲੈਣ ਲੱਗ ਗਏ ਵੱਖ-ਵੱਖ ਅਫਸਰਾਂ ਦਾ, ਇਹ ਫਲਾਣੇ ਦਾ ਬੰਦਾ, ਇਹ ਫਲਾਣੇ ਦਾ ਬੰਦਾ, ਇਹ ਫਲਾਣੇ ਦਾ ਬੰਦਾ। ਤਾਂ ਉਹ ਨਿਊਟਰਲਿਟੀ ਜਿਹੜੀ ਹੁੰਦੀ ਹੈ, ਇੱਕ ਉਦਾਸੀਨਤਾ, ਉਹ ਖਤਮ ਹੋ ਗਈ ਹੈ। ਮਤਲਬ ਕਿਸੇ ਉਹਦੇ ਨਾਲ ਦਿਲਚਸਪੀਆਂ ਹੋਰ ਵੱਧ ਗਈਆਂ ਲੋਕਾਂ ਦੀਆਂ, ਕੌਣ ਲੱਗਦਾ ਕੌਣ ਨਹੀਂ, ਉਹ ਇੱਕ ਅਲੱਗ ਗੱਲ ਹੈ। ਔਰ ਜਦੋਂ ਵੀ ਆਏਗਾ ਬੰਦਾ 2 ਸਾਲ ਤੋਂ ਘੱਟ ਨਹੀਂ ਆਏਗਾ। ਹੁਣ ਉਹਨਾਂ ਸਾਰੀਆਂ ਪੋਸਟਾਂ ਤੇ ਹੋ ਗਿਆ ਕਿ 2 ਸਾਲ ਤਾਂ ਮਿਨੀਮਮ ਰਹਿਣਾ ਹੀ ਰਹਿਣਾ, ਜਿਹੜੀ ਟਾਪ ਸੀਟ ਜਿਹੜੀ ਉਸ ਪੱਧਰ ਦੇ ਉੱਤੇ ਹੁੰਦੀ ਹੈ। ਪੰਜਾਬ ਦੀ ਜਿਹੜੀ ਬਿਊਰੋਕ੍ਰੇਸੀ ਦਾ ਕੁਐਸਚਨ ਇਹ ਹੈ ਕਿ ਚੀਫ ਸੈਕਟਰੀ ਤੇ ਪ੍ਰਿੰਸੀਪਲ ਸੈਕਟਰੀ ਟੂ ਚੀਫ ਮਿਨਿਸਟਰ, ਨਾਰਮਲੀ ਕਾਫੀ ਲੰਮੇ ਸਮੇਂ ਤੋਂ ਪ੍ਰਿੰਸੀਪਲ ਸੈਕਟਰੀ ਟੂ ਚੀਫ ਮਿਨਿਸਟਰ ਦਾ ਜਿਹੜਾ ਕੰਮ ਹੈ ਉਹ ਬਹੁਤ ਜ਼ਿਆਦਾ ਨਾ ਸਰਗਰਮ ਨਹੀਂ ਦਿਖਾਈ ਦੇ ਰਹੇ ਕਿਤੇ ਨਾ ਕਿਤੇ ਰੂਪ ਦੇ ਵਿੱਚ। ਨਹੀਂ ਨਾ, ਇਹ ਕਿਹਾ ਜਾਂਦਾ ਹੁੰਦਾ ਕਿ ਚੀਫ ਮਿਨਿਸਟਰ ਦਾ ਅੱਧੇ ਤੋਂ ਵੱਧ ਕੰਮ ਜਾਂ ਲਗਭਗ ਸਾਰੇ ਵਰਗਾ ਹੀ ਕੰਮ ਜਿਹੜਾ ਸੰਭਾਲਣਾ ਹੁੰਦਾ ਹੈ, ਸਾਰੇ ਲੋਕਾਂ ਨੂੰ, ਨਾ ਕੇਵਲ ਇਸ ਗੱਲ ਤੇ ਕਿ ਉਹ ਫਾਈਲਾਂ ਦੇਖਣੀਆਂ ਨੇ, ਬਲਕਿ ਪੋਲੀਟੀਕਲ ਹਾਇਰਾਰਕੀ ਨੂੰ ਵੀ ਡੀਲ ਕਰਨਾ ਹੁੰਦਾ, ਉਹਨੇ ਸੈਟੀਸਫਾਈ ਰੱਖਣਾ ਹੁੰਦਾ, ਬੜੇ ਕੰਮ ਕਰਾ ਕੇ ਇਹਨੂੰ ਕਰਨਾ। ਉਹ ਦਿਖਾਈ ਉਹੀ ਜੀ ਸਰਗਰਮੀ ਨਹੀਂ ਦਿਖਾਈ ਦਿੰਦੀ ਜਿਹੜੀ ਪਹਿਲੇ ਪ੍ਰਿੰਸੀਪਲ ਸੈਕਟਰੀ ਕਦੇ ਵੱਖ-ਵੱਖ ਚੀਫ ਮਿਨਿਸਟਰਾਂ ਨਾਲ ਸਰਗਰਮ ਰਹੇ ਨੇ। ਮੈਨੂੰ ਥੋੜਾ ਜਿਹਾ ਆਗਿਆ ਦਿਓ ਵਿੱਚ ਘੁਸਣ ਦੀ, ਹੈ ਤਾਂ ਗੁਸਤਾਖੀ ਵੀ ਤੁਹਾਨੂੰ ਮੈਂ ਰੋਕਾਂ, ਮੈਂ ਮੇਰੀ ਕਿੱਥੇ ਜ਼ਰੂਰਤ ਇੰਨੀ। ਪਰ ਵੈਸੇ ਜਦੋਂ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਬਣਦੇ ਨੇ, ਉਹਨਾਂ ਦੇ ਖਟਕੜ ਸਟੇਜ ਤੋਂ ਲੈ ਕੇ ਹਰ ਜਗ੍ਹਾ ਵੇਣੂ ਪ੍ਰਸ਼ਾਦ ਸਾਹਿਬ ਸੱਜੇ ਖੱਬੇ ਕੰਨ 'ਚ ਕਦੇ ਗੋਡੇ ਲਾਗੇ ਉਹ ਨਜ਼ਰ ਆਉਂਦੇ ਹੀ ਸੀ। ਫਿਰ ਮਾਮਲਾ ਆ ਗਿਆ PSIEC ਦਾ, ਉਹਦੇ ਵਿੱਚ ਇੱਕ IS ਨੀਲਮਾ ਦਾ ਮਾਮਲਾ ਤੁਰ ਪਿਆ ਤੇ ਅਫਸਰਸ਼ਾਹੀ ਤੇ ਸਿਆਸਤਦਾਨਾਂ ਦੇ ਵਿੱਚ, ਖਾਸ ਤੌਰ ਤੇ ਸਿਆਸਤ ਸੱਤਾ ਦੇ ਵਿੱਚ ਰੌਲਾ ਪੈ ਗਿਆ। ਤੇ ਇਹ ਵੇਣੂ ਪ੍ਰਸ਼ਾਦ ਸੀਗੇ ਇਹਨਾਂ ਦੀ ਐਸੋਸੀਏਸ਼ਨ ਦੇ ਹੈੱਡ। ਪਤਾ ਲੱਗਿਆ ਉਹਨਾਂ ਦਿਨਾਂ ਦੇ ਵਿੱਚ ਦਿੱਲੀ ਵੀ ਨਾਰਾਜ਼ ਹੋ ਗਈ ਵੀ ਤੁਸੀਂ ਸਾਡੇ ਲਈ ਸਿਆਪਾ, ਕਿਉਂਕਿ ਉਦੋਂ ਸਾਰੇ IS ਅਫਸਰ ਜਿਹੜੇ ਆ ਉਹ ਮੁੱਖ ਮੰਤਰੀ ਨੂੰ ਅਗਰੈਸਿਵਲੀ ਮਿਲਣਾ ਚਾਹੁੰਦੇ ਸੀ ਤੇ ਪਤਾ ਲੱਗਿਆ ਕਿ ਲੀਡ ਵੀ ਇਹੀ ਕਰ ਰਹੇ ਸੀ। ਉਸ ਤੋਂ ਬਾਅਦ ਇਹ ਚੁੱਪ ਜੀ ਵੱਟੀ ਗਈ। ਇੱਕ ਵਾਰੀ ਤਾਂ ਅਹੁਦਾ ਜਾਣ ਤੱਕ ਦੀ ਨੌਬਤ ਵੀ ਆ ਗਈ ਸੀਗੀ, ਲੇਕਿਨ ਉਸ ਤੋਂ ਬਾਅਦ ਉਹ ਗੱਲ ਜੀ ਬਣੀ ਨਹੀਂ। ਪਹਿਲਾਂ ਜੰਜੂਆ ਸਾਹਿਬ ਕਾਫੀ ਦੱਬ ਕੇ ਸੀ, ਬਾਅਦ ਦੇ ਵਿੱਚ ਉਹ ਦਿੱਲੀ ਦੇ ਬਹੁਤ ਨੇੜੇ ਹੋ ਗਏ। ਪਤਾ ਲੱਗਿਆ ਜਿੱਦਾਂ ਰਾਘਵ ਚੱਡਾ ਸਾਹਿਬ ਦੀ ਫਾਈਲ ਫਸਾਈ ਸੀ ਵੀ ਉਹਨਾਂ ਨੂੰ ਪੂਰੀ ਤਰ੍ਹਾਂ ਚੇਅਰਮੈਨ ਵਾਲਾ ਰੁਤਬਾ ਨਹੀਂ ਮਿਲ ਸਕਿਆ, ਲੇਕਿਨ ਇਸੇ ਤਰ੍ਹਾਂ ਜੰਜੂਆ ਸਾਹਿਬ ਨੂੰ ਮੁੱਖ ਮੰਤਰੀ ਆਪਣੇ ਪ੍ਰਮੁੱਖ ਪ੍ਰਿੰਸੀਪਲ ਸਕੱਤਰ ਵਜੋਂ ਲਾਉਣਗੇ ਕਿ ਨਹੀਂ ਲਾਉਣਗੇ, ਇਹ ਵੀ ਸਵਾਲ ਕਾਫੀ ਉਲਝਣ ਵਾਲਾ। ਹੁਣ ਇਹਨੂੰ ਐਡਰੈਸ ਕਰ ਦਿਓ। ਇਹ ਮਾਮਲਾ ਸੀਗਾ ਥੋੜਾ ਜਿਹਾ, ਜਿੰਨਾ ਕਿ ਮੇਰੀ ਸਮਝ। ਅਸਲ ਦੇ ਵਿੱਚ ਮਾਮਲਾ ਇਹੀ ਹੈ ਕਿ ਪ੍ਰਿੰਸੀਪਲ ਸੈਕਟਰੀ ਟੂ ਚੀਫ ਮਿਨਿਸਟਰ ਨਾਰਮਲੀ ਜਿਵੇਂ ਲੱਗਦੇ ਨੇ, ਜਿੰਨੀ ਐਕਟੀਵੇਸ਼ਨ ਹੋਣੀ ਚਾਹੀਦੀ ਹੈ, ਮੈਨੂੰ ਲੱਗਦਾ ਐਕਟੀਵਿਟੀ ਉਨੀ ਕਦੇ ਵੀ ਨਹੀਂ ਦੇਖੀ ਜਿੰਨੇ ਪੁਰਾਣੇ ਪ੍ਰਿੰਸੀਪਲ ਸੈਕਟਰੀਜ਼ ਨੂੰ ਜਦੋਂ ਅਸੀਂ ਦੇਖਦੇ ਹਾਂ ਜਾਂ ਉਹਨਾਂ ਦੀ ਕਾਰਗੁਜ਼ਾਰੀ ਦੇਖੀ ਜਾਂਦੀ ਹੈ। ਪਰ ਹੁਣ ਤੱਕ ਕਾਫੀ ਨਿਊਟਰਲ ਜਿਹਾ ਕੰਮ ਹੈ ਆ ਕੇ ਜਿਸ ਲੈਵਲ ਦੀਆਂ ਗੱਲਾਂ ਚੱਲੀਆਂ। ਇਹ ਅਲੱਗ ਗੱਲ ਹੈ ਕਿ ਬਿਊਰੋਕ੍ਰੇਸੀ ਨੂੰ ਵੀ ਸਗੋਂ ਜੇ ਉਹ ਪ੍ਰਧਾਨ ਵੀ ਨੇ ਤੇ ਬਾਕੀ ਵੀ ਨੇ ਜ਼ਿਆਦਾ ਸੌਖਾ ਤਰੀਕੇ ਨਾਲ ਬੈਲੈਂਸ ਕਰ ਸਕਦੇ ਸੀ। ਤੇ ਜੇ ਨੌਬਤ ਹੜਤਾਲ ਤੱਕ ਪਹੁੰਚ ਗਈ ਸੀ ਤਾਂ ਇਟ ਮੀਨਜ਼ ਯੋਗਤਾਵਾਂ ਤੇ ਤਾਂ ਫਰਕ ਪੈਂਦਾ ਨਾ, ਕਿਤੇ ਨਾ ਕਿਤੇ ਤਾਂ ਦਿਖਾਈ ਦਿੰਦਾ ਹੈ ਕਿ ਕਾਇਆ ਜਾਂਦੀ ਵੀ ਹੈ, ਬਦਨਾਮੀ ਤਾਂ ਸਰਕਾਰ ਦੀ ਉਸ ਲੈਵਲ ਤੇ ਹੁੰਦੀ ਹੈ। ਦੂਜੀ ਗੱਲ ਇਹ ਹੈ ਕਿ ਜਿਹੜਾ ਚੀਫ ਸੈਕਟਰੀ ਦਾ ਮਾਮਲਾ ਵੀ ਹੈ, ਚਾਹੇ ਉਹਨਾਂ ਦਿਨਾਂ 'ਚ ਚੀਫ ਮਿਨਿਸਟਰ ਨੇ ਅਸਰਟ ਕਰਨਾ ਸ਼ੁਰੂ ਕੀਤਾ, ਰਾਘਵ ਚੱਡੇ ਦੀ ਫਾਈਲ ਨਹੀਂ ਕੱਢੀ, ਉਸ ਤੋਂ ਬਾਅਦ ਪਤਾ ਲੱਗਿਆ ਇਸ ਲੈਵਲ ਤੇ, ਪਰ ਦਿੱਲੀ ਦਾ ਦਾਖਲ ਕਦੇ ਬੰਦ ਨਹੀਂ ਹੋਇਆ ਵੱਡੇ ਪੈਮਾਨੇ ਦੇ ਉੱਤੇ। ਔਰ ਜਿਹੜਾ ਗਵਰਨਰ ਤੇ ਚੀਫ ਮਿਨਿਸਟਰ ਦੇ ਵਿੱਚ ਪਹਿਲੇ ਰੌਲੇ ਪਏ ਨੇ, ਤੇ ਜਦੋਂ ਗਵਰਨਰ ਚਿੱਠੀ ਲਿਖ ਕੇ ਕਹਿੰਦਾ ਚੀਫ ਸੈਕਟਰੀ ਨਾਲ ਤਾਂ ਮੇਰੀ ਇੰਨੇ ਵਾਰ ਗੱਲ ਹੋਈ ਹੈ, ਚੀਫ ਸੈਕਟਰੀ ਨੂੰ ਦੱਸਤਾ ਸੀ ਬਾਕੀ ਚੀਜ਼ਾਂ ਨੇ, ਔਰ ਚੀਫ ਮਿਨਿਸਟਰ ਗੁਜਰਾਤ ਦੇ ਵਿੱਚ ਜਾ ਰਹੇ ਸੀ ਕੰਪੇਨ ਕਰਨ, ਉਹਨਾਂ ਨਾਲ ਚੀਫ ਸੈਕਟਰੀ ਦੀ ਗੱਲ ਹੋਈ ਜਾਂ ਨਹੀਂ, ਇਹ ਗੱਲਾਂ ਵੀ ਨਿਕਲ ਕੇ ਸਾਹਮਣੇ ਆਈਆਂ ਸੀ ਕਿ ਚੀਫ ਸੈਕਟਰੀ ਨੇ ਕਿਸੇ ਕੋਲ ਉਦੋਂ
ਸ਼ਾਇਦ ਇਹ ਗੱਲ ਦੀ ਭਿੰਨ ਕੱਢੀ ਸੀ ਕਿ ਉਹਨਾਂ ਦਾ ਫੋਨ ਨਹੀਂ ਚੱਕਿਆ ਗਿਆ ਉਸ ਮੌਕੇ ਤੇ, ਉਹ ਦੱਸਣਾ ਚਾਹੁੰਦੇ ਸੀ ਚੀਫ ਮਿਨਿਸਟਰ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਹਦਾ ਮਤਲਬ ਉਹ ਪ੍ਰਸ਼ਾਸਨਿਕ ਗੈਪ ਜਿਹੜਾ ਦਿਖਾਈ, ਇਹਦੀਆਂ ਜਿਹੜੀਆਂ ਉਹ ਰਿਊਮਰ ਹੈ ਜਾਂ ਹਕੀਕਤ ਕਿੰਨੀ ਹੈ, ਕਲੈਰਿਟੀ ਕਿਸੇ ਨੇ ਨਹੀਂ ਕੀਤੀ ਉਦੋਂ ਬਾਅਦ ਜਿਸ ਪੱਧਰ ਦੇ ਉੱਤੇ ਸੀਗਾ। ਤਾਂ ਚੀਫ ਸੈਕਟਰੀ ਜੇ ਦਿੱਲੀ ਤੋਂ ਡਾਇਰੈਕਸ਼ਨ ਲੈਣਾ ਸ਼ੁਰੂ ਕਰ ਦੇਣ ਉਸ ਪੱਧਰ ਦੇ ਉੱਤੇ, ਤਾਂ ਇੱਕੋ ਹੀ ਚਾਂਸ ਹੈ ਫਿਰ ਕਿ ਜੇ ਦੁਬਾਰਾ ਵੀ, ਹਾਲਾਂਕਿ ਅੱਜ ਤੱਕ ਨਹੀਂ ਇਹ ਹੋਇਆ, ਚੀਫ ਪ੍ਰਿੰਸੀਪਲ ਸੈਕਟਰੀ ਦੇ ਤੌਰ ਤੇ ਵੀ ਇੱਕ ਪੋਲੀਟੀਕਲ ਪੋਸਟ ਦੇ ਤੌਰ ਤੇ ਬਾਹਰੋਂ ਲਿਆ ਕੇ ਇਕੱਲੇ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਤਜਰਬਾ ਕੀਤਾ ਸੀ, ਉਹ ਵੀ ਚੀਫ ਸੈਕਟਰੀ ਨਹੀਂ ਸੀਗੇ, ਪ੍ਰਿੰਸੀਪਲ ਸੈਕਟਰੀ ਸੀ। ਤਾਂ ਇੱਕ ਅਸਲੋਂ ਨਵੀਂ ਗੱਲ ਹੋਏਗੀ ਜੇਕਰ ਇਹ ਗੱਲ ਕੋਈ ਕਰਦਾ ਕਿ ਚੀਫ ਸੈਕਟਰੀ ਦੇ ਅਹੁਦੇ ਤੋਂ ਲਿਆ ਕੇ ਚੀਫ ਪ੍ਰਿੰਸੀਪਲ ਸੈਕਟਰੀ ਤੂੰ ਸੀਐਮ ਲਾ ਦਿਓ ਇੱਕ ਅਲੱਗ ਨੌਕਰੀ ਤੋਂ ਬਾਅਦ ਉਸ ਪੱਧਰ ਦੇ ਉੱਤੇ। ਹਾਲਾਂਕਿ ਉਹ ਵੀ ਚੈਲੰਜ ਕੀਤੀ ਵਿਰੋਧੀਆਂ ਨੇ, ਜਿਹੜੇ ਅੰਦਰ ਹੀ ਵਿਰੋਧੀ ਸੀ ਉਹ ਵੀ ਚੈਲੰਜ ਕੀਤੀ ਹਾਈ ਕੋਰਟ ਦੇ ਵਿੱਚ ਜਾ ਕੇ ਕਿ ਨਹੀਂ ਹੈ ਠੀਕ ਹੈ, ਤੇ ਇਹ ਹੋਏਗੀ ਜਾਂ ਨਹੀਂ। ਦੂਜੀ ਗੱਲ ਇਹ ਹੈ ਕਿ ਭਗਵੰਤ ਮਾਨ ਜਿੰਨੀ ਕਿ ਥੋੜੀ ਜਿਹੀ ਆਜ਼ਾਦੀ ਹਾਸਲ ਕਰਦੇ ਕਰਦੇ ਇੱਧਰ ਨੂੰ ਖਿਸਕ ਰਹੇ ਨੇ, ਤੇ ਜੇ ਉਹ ਅਪਾਇੰਟਮੈਂਟ ਹੋ ਜਾਂਦੀ ਹੈ, ਜਿਹੜੀ ਗੱਲ ਨੂੰ ਲੋਕ ਕਾਫੀ ਸੱਤਾ ਦੇ ਕੋਰੀਡੋਰ 'ਚ ਮੰਨਿਆ ਜਾਂਦਾ ਕਿ ਦਿੱਲੀ ਦੇ ਜ਼ਿਆਦਾ ਨਜ਼ਦੀਕ ਨੇ, ਤਾਂ ਉਹਨਾਂ ਦੁਆਲੇ ਘੇਰਾ ਹੋਰ ਜ਼ਿਆਦਾ ਬਣਿਆ ਜਾਊਗਾ ਜ਼ਿਆਦਾ। ਤਾਂ ਫਿਰ ਤਾਂ ਹਰ ਗੱਲ ਪੋਲੀਟੀਕਲੀ ਉਸ ਲੈਵਲ ਦੀ ਹੋ ਜਾਏਗੀ। ਔਰ ਮੈਨੂੰ ਲੱਗਦਾ ਕਿ ਚੀਫ ਮਿਨਿਸਟਰ ਆਪਣੇ ਗੱਲ ਉਹ ਜਿਹਾ ਘੇਰਾ ਹੋਰ ਪਾਉਣਗੇ ਜਾਂ ਨਹੀਂ ਪਾਉਣਗੇ, ਇਹ ਵੀ ਤਾਂ ਇੱਕ ਬੜਾ ਵੱਡਾ ਕੁਐਸਚਨ ਪੈਦਾ ਹੋ ਜਾਏਗਾ ਉਸ ਸਾਰੇ ਮਾਮਲੇ ਦੇ ਵਿੱਚੋਂ। ਔਰ ਫਿਰ ਮੰਨ ਲਿਆ ਜਾਊਗਾ ਕਿ ਚੀਫ ਮਿਨਿਸਟਰ ਨਤਮਸਤਕ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ, ਜੇ ਉਧਰ ਨੂੰ ਗੱਲ ਉਸ ਤਰੀਕੇ ਨਾਲ ਵੱਧਦੀ ਹੈ। ਦੇਖੋ, ਜੇ ਦਿੱਲੀ ਨੇ ਲਾਉਣਾ ਹੋਇਆ ਫਿਰ ਚੀਫ ਮਿਨਿਸਟਰ ਸਾਹਿਬ ਭਾਣਾ ਮੰਨਣ ਤੋਂ ਬਿਨਾਂ ਗੁਜ਼ਾਰਾ ਕੋਈ ਨਹੀਂ, ਪਰ ਜੇ ਕਿਧਰੇ ਅਸਾਲਟ ਕਰਕੇ ਅੱਗੇ ਸੌਖੇ ਰਹਿਣਗੇ ਆਮ ਮੰਨਿਆ ਜਾ ਰਿਹਾ। ਦੂਜੀ ਗੱਲ ਇਹ ਵੀ ਹੈ ਕਿ ਵੇਨੂ ਪ੍ਰਸ਼ਾਦ ਦੀ ਦਿਲਚਸਪੀ ਹੁਣ ਜ਼ਿਆਦਾ ਕਿਸੇ ਐਕਸਟੈਂਸ਼ਨ ਦੇ ਵਿੱਚ ਨਹੀਂ ਰਹੀ, ਉਹ ਕਿਸੇ ਕਮਿਸ਼ਨ ਦੇ ਵਿੱਚ ਜਾਂ ਇੱਧਰ ਉੱਧਰ ਜਾ ਕੇ ਜ਼ਰੂਰ ਖੁਸ਼ ਹੋਣਗੇ। ਦੂਜੀ ਗੱਲ ਇਹ ਵੀ ਜੇ 30 ਜੂਨ ਤੋਂ ਬਾਅਦ ਜੰਜੂਆ ਸਾਹਿਬ ਨੂੰ ਕਿਸੇ ਤਰੀਕੇ ਨਾਲ ਐਡਜਸਟ ਕਰਤਾ ਜਾਂਦਾ, ਮੁੱਖ ਮੰਤਰੀ ਦਫ਼ਤਰ ਦੇ ਨਾਲ ਅਟੈਚ ਕਰਤਾ ਜਾਂਦਾ, ਤੇ ਕੀ ਵੇਨੂ ਪ੍ਰਸ਼ਾਦ ਛੁੱਟੀ ਤੇ ਚਲੇ ਜਾਣਗੇ, ਮਹੀਨਾ ਕੱਢਣਗੇ ਨਹੀਂ ਕੱਢਣਗੇ, ਇਹ ਸਵਾਲ ਅੰਦਰ ਕਾਫੀ ਘੁੰਮ ਰਿਹਾ। ਸਰਦਾਰ ਜਗਤਾਰ ਸਿੰਘ ਜੀ, ਅਸੀਂ ਉਹ ਦੌਰ ਵੀ ਦੇਖਿਆ ਜਦੋਂ ਐਡਵੋਕੇਟ ਜਨਰਲ ਮੱਤੇਵਾਲ ਸਾਹਿਬ ਮੰਤਰੀਆਂ ਤੋਂ ਤਾਕਤਵਰ ਹੁੰਦੇ ਸੀ। ਅਸੀਂ ਉਹ ਦੌਰ ਵੀ ਦੇਖਿਆ ਜਦੋਂ ਬਾਦਲ ਸਾਹਿਬ ਦੇ ਕਰੀਬੀਆਂ ਦਾ ਬੜਾ ਬੋਲਬਾਲਾ ਹੁੰਦਾ ਸੀ। ਕੈਪਟਨ ਅਮਰਿੰਦਰ ਵੇਲੇ ਸੁਰੇਸ਼ ਕੁਮਾਰ ਬੜੀ ਵੱਡੀ ਹਸਤੀ ਪਾਵਰ ਬਣ ਗਏ ਸੀਗੇ, ਕਦੇ ਭਰਤਿੰਦਰ ਚਹਿਲ ਬੜੀ ਵੱਡੀ ਤਾਕਤ ਮੰਨੇ ਜਾਂਦੇ ਹੁੰਦੇ ਸੀਗੇ। ਸੋ ਇਹ ਸਾਰੇ ਮਾਮਲੇ ਅਜੇ ਵੀ ਕੁਝ ਅਫਸਰ ਸੁਖਬੀਰ ਬਾਦਲ ਦੇ ਆਲੇ ਦੁਆਲੇ ਚੱਲਦੇ ਆ, ਔਰ ਉਹ ਇਸ ਤਰ੍ਹਾਂ ਦੇ ਇੱਕ ਰਿਸ਼ਤੇ ਨਾਤੇ ਬਣੇ ਨੇ। ਪਤਾ ਹੁੰਦਾ ਵੀ ਇਹ ਫਲਾਣੇ ਦੇ ਗਰੁੱਪ 'ਚ ਫਲਾਣੀ ਪਾਰਟੀ ਨਾਲ ਜਦੋਂ ਆਉਣਗੇ ਇਹਨਾਂ ਨੇ ਸੱਤਾ 'ਚ ਹੀ ਆਉਣਾ। ਸੋ ਜਿਹੜੀ ਅੰਦਰਲੀ ਇਸ ਤਰ੍ਹਾਂ ਦੀ ਸਿਆਸਤ ਹੈ ਪ੍ਰਸ਼ਾਸਨਿਕ ਹਲਕਿਆਂ 'ਚ, ਪੁਲਿਸਿੰਗ ਦੇ ਵਿੱਚ, ਤੁਸੀਂ ਇਹਨੂੰ ਵੀ ਦੇਖਿਆ, ਤੁਸੀਂ ਵੀ ਜ਼ਬਾਨ ਦਿਓ ਜ਼ਰਾ। ਇਸ ਤੋਂ ਪਹਿਲਾਂ ਸਰਦਾਰ ਆਪਣੇ ਬਿਆਸ ਸਿੰਘ ਵੇਲੇ ਚੱਠਾ ਜੀ ਬੜੇ ਪਾਵਰਫੁਲ ਹੁੰਦੇ ਸੀਗੇ, ਉਦੋਂ ਪੰਜਾਬ ਦੀ ਬਿਊਰੋਕ੍ਰੇਸੀ ਬੜੀ ਵਰਟੀਕਲੀ ਡਿਵਾਈਡਡ ਹੁੰਦੀ ਸੀ, ਗਰੁੱਪ 2 ਹੁੰਦੇ ਸੀ ਆਲਮੋਸਟ। ਇੱਕ ਸਰਕਾਰ ਆਉਣੀ ਤੇ ਗਰੁੱਪ ਨੇ ਨੂੰ ਰੈਸਟ ਦੇ ਦੇਣੀ ਜੀ, ਤੇ ਉਹਨਾਂ ਦੇ ਕੋਲੇ ਸਾਡੇ ਅੱਗੇ ਵੀ ਜਾ ਕੇ ਬਹਿ ਜਾਂਦੇ ਸੀ ਚਾਹ ਪੀਣ ਸਵੇਰੇ 11 ਵਜੇ। ਫਿਰ ਤੇ ਲੇਕਿਨ ਕੋਈ ਬਹੁਤੀ ਤਲਖੀ ਨਹੀਂ ਸੀ ਹੁੰਦੀ। ਹਾਂ, ਜਦੋਂ ਇਹ ਬਿਆਸ ਸਿੰਘ ਦੀ ਸਰਕਾਰ ਦੇ ਸੀਗੇ ਖੇਲ, ਚਲੋ ਵਿਚਾਰਿਆਂ ਦਾ ਉਹ ਟ੍ਰੈਜਡੀ ਹੋ ਗਈ, ਗੱਲ ਵੱਖਰੀ ਹੈ। ਲੇਕਿਨ ਇੱਕ ਸਟੇਜ ਆ ਗਈ ਸੀ ਕਿ ਜਿਹੜਾ ਵਿਹਲਾ ਗਰੁੱਪ ਹੁੰਦਾ ਸੀਗਾ ਉਹ ਦੁਪਹਿਰੇ ਗੋਲਫ ਕਲੱਬ ਜਾ ਕੇ ਫਿਰ ਉਹ ਗਾਲਾਂ ਕੱਢਣ ਲੱਗ ਪੈਂਦਾ ਸੀ। ਸੋ ਉਹ ਕਹਿੰਦੇ ਜਦੋਂ ਸਾਡੇ ਵੇਲੇ ਆਇਆ ਫਿਰ ਅਸੀਂ ਦੇਖਾਂਗੇ। ਇਹ ਪੰਜਾਬ ਦਾ ਚਲਤਾ ਹੈ। ਤੇ ਜਿਹੜੀ ਸਰਕਾਰ ਸੀਐਮ ਨੇ ਕਿਵੇਂ ਚਲਾਉਣੀ ਹੈ, ਉਹਦੀ ਪਹਿਲੀ ਇੰਡੀਕੇਸ਼ਨ ਹੁੰਦੀ ਹੈ ਕਿ ਉਹ ਆਪਣਾ ਸੀਐਮ, ਆਪਣਾ ਪੀਐਸ ਕਿਹਨੂੰ ਲਾ ਰਿਹਾ ਤੇ ਚੀਫ ਸੈਕਟਰੀ ਕਿਹਨੂੰ ਲਾ ਰਿਹਾ। ਇਹ 2 ਕੀ ਪੋਸਟਾਂ ਸੈਮੀ ਪੋਲੀਟੀਕਲ ਹੈ, ਸਰ ਐਡਮਿਨਿਸਟ੍ਰੇਟਿਵ ਨਹੀਂ ਹੈ। ਇਹਨਾਂ ਨੇ ਸਾਰਾ ਕੁਝ ਹੀ ਡੀਲ ਕਰਨਾ ਹੈ ਤੇ ਸੀਐਮ ਨੂੰ ਕ੍ਰੂਸ਼ਲ ਇਸ਼ੂਜ਼ ਤੇ ਸਲਾਹ ਦੇਣੀ। ਹੁਣ ਜਿਹੜੀ ਇਹ ਸਰਕਾਰ ਹੈ, ਮੈਂ ਸਿੱਧਾ ਇਹਦੇ ਤੇ ਆਉਣਾ, ਇਹਨਾਂ ਨੂੰ 2-3 ਬੜੇ ਮੇਜਰ ਇਸ਼ੂਜ਼ ਤੇ ਨਮੋਸ਼ੀ ਦਾ ਮੂੰਹ ਦੇਖਣਾ ਪਿਆ। ਮਸਲਨ ਵਾਈਸ ਚਾਂਸਲਰ ਦੀ ਅਪਾਇੰਟਮੈਂਟ, ਗਵਰਨਰ ਨੂੰ ਫਾਈਲ ਵਾਪਸ ਭੇਜਣੀ ਪਈ। ਇਹ ਗਲਤੀ ਕਿਸ ਲੈਵਲ ਤੇ ਹੋਈ? ਇਹ ਕੰਮ ਐਡਵਾਈਸ ਦੇਣ ਦਾ ਇਹੋ ਜਿਹੇ ਮਾਮਲੇ ਤੇ ਬਿਊਰੋਕ੍ਰੇਸੀ ਦਾ ਹੈ ਕਿ ਕਿਸੇ ਬਿਊਰੋਕਰੈਟ ਨੇ ਪੀਐਸ ਟੂ ਸੀਐਮ ਸੀ ਆਪਣੇ ਚੀਫ ਸੈਕਟਰੀ, ਇਹਨਾਂ ਨੇ ਐਡਵਾਈਸ ਨਹੀਂ ਦਿੱਤੀ ਕਿ ਪ੍ਰੋਸੀਜਰ ਆ ਹੁੰਦਾ, ਇਸ ਤਰ੍ਹਾਂ ਫਾਲੋ ਕਰੀਦਾ। ਇੱਕ ਲੈਪਸ ਤਾਂ ਜਿਹੜੀ ਆ ਪ੍ਰੈਜ਼ੈਂਟ ਸੈਟਅਪ ਹੈ, ਇਹਨਾਂ ਨੇ ਇਹੋ ਜਿਹੀਆਂ ਲੈਪਸ ਕੀਤੀਆਂ ਹੋਈਆਂ ਕਿ ਮੁੱਖ ਮੰਤਰੀ ਉਹਨਾਂ ਅਫਸਰਾਂ ਦੇ ਵਿੱਚੋਂ ਫਿਰ ਚੂਜ਼ ਕਰਨਗੇ ਜਿਨ੍ਹਾਂ ਨੇ ਉਹਨਾਂ ਨੂੰ ਐਮਬੈਰਸ ਕਰਵਾਇਆ ਹੈ ਅੱਗੇ। ਇਹ ਫੈਸਲਾ ਤਾਂ ਉਹਨਾਂ ਨੇ ਕਰਨਾ, ਉਹਨਾਂ ਦੀ ਨਿੱਜੀ ਚੋਇਸ ਹੈ। ਲੇਕਿਨ ਮੈਂ ਜਿਹੜੀਆਂ ਐਗਜ਼ਾਮਪਲਸ ਹੈਗੀਆਂ ਪਿਛਲੀਆਂ, ਜੋ ਕੁਝ ਪਿੱਛੇ 1 ਸਾਲ ਦੇ ਵਿੱਚ ਹੋਇਆ ਹੈ,
ਜਿਹੜਾ ਐਫੀਸ਼ੀਐਂਟ ਅਫਸਰ ਹੋਏਗਾ, ਜਾਂ ਤਾਂ ਸੀਐਮ ਸਾਹਿਬ ਨੇ, ਆਪਾਂ ਮੰਨ ਲੈਨੇ ਗੱਲ ਕਿ ਇਹਨਾਂ ਨੇ ਐਡਵਾਈਸ ਦਿੱਤੀ ਹੋਗੀ, ਸੀਐਮ ਨੇ ਮੰਨੀ ਨਹੀਂ, ਇਹ ਵੀ ਆਪਾਂ ਵੀ ਸੋਚ ਕੇ ਚੱਲਦੇ ਹਾਂ। ਲੇਕਿਨ ਕੀ ਐਡਵਾਈਸ ਉਹ ਫਾਈਲ ਤੇ ਸੀ? ਜਿਹੜਾ ਐਫੀਸ਼ੀਐਂਟ ਅਫਸਰ ਹੈ ਉਹ ਫਾਈਲ 'ਚ ਐਡਵਾਈਸ ਦੇ ਦੇਗਾ, ਅੱਗੇ ਸੀਐਮ ਨੇ ਕੀ ਕਰਨਾ ਹੈ ਉਹ ਫੈਸਲਾ ਸੀਐਮ ਦਾ ਹੈ। ਲੇਕਿਨ ਇਹ ਸਾਹਮਣੇ ਹੈ ਕਿ ਐਮਬੈਰਸਮੈਂਟ ਸੀਐਮ ਨੂੰ ਹੋਈ ਹੈ, ਤੇ ਜਦੋਂ ਗਵਰਨਰ ਨੇ ਕਾਲ ਆਪਣੀ ਐਕਸਪਲੇਨੇਸ਼ਨ ਮੰਗੀ ਹੈ। ਸੋ ਇਹ ਐਗਜ਼ਾਮਪਲ ਬਿਲਕੁਲ ਸਾਹਮਣੇ ਹੈਗੀ ਹੈ। ਸੋ ਹੁਣ ਉਹ ਚੋਇਸ ਕੀ ਹੁੰਦੀ ਹੈ? ਜਿਸ ਸੀਐਮ ਨੇ ਸਰਕਾਰ ਸਮੂਥਲੀ ਚਲਾਉਣੀ ਹੈ, ਉਹਨੂੰ ਆਪਣੇ ਅਫਸਰ ਵੀ ਚੁਣ ਕੇ ਹੀ ਲਾਉਣੇ ਚਾਹੀਦੇ ਹੈ। ਔਰ ਪੰਜਾਬ ਦੇ ਵਿੱਚ ਪਹਿਲਾਂ ਅਫਸਰਾਂ ਦਾ ਕਿਸੇ ਤਰ੍ਹਾਂ ਦੀ ਕੋਈ ਘਾਟਾ ਨਹੀਂ ਸੀਗਾ, ਹਰ ਤਰ੍ਹਾਂ ਦੇ ਅਫਸਰ ਅਵੇਲੇਬਲ ਸੀਗੇ ਜੀ। ਤੇ ਹੁਣ ਜੇ ਕਿਤੇ ਟੈਲੈਂਟ ਦੇ ਵਿੱਚ ਕਿਤੇ ਥੋੜੀ ਜਿਹੀ ਕਮੀ ਆ ਰਹੀ ਹੈ, ਮੇਰੇ ਖਿਆਲ ਆਲ ਓਵਰ ਹੈ, ਇਕੱਲੇ ਪੰਜਾਬ ਦੀ ਸਮੱਸਿਆ ਨਹੀਂ ਹੈ। ਸੋ ਐਵਰੇਜ ਹੁਣ ਜਿਹੜਾ ਲੈਵਲ ਹੈ ਅੱਗੇ ਨਾਲੋਂ ਥੋੜਾ ਜਿਹਾ ਘਟਿਆ ਹੋਇਆ, ਲੇਕਿਨ ਫਿਰ ਵੀ ਚਾਇਸ ਤਾਂ ਜੋ ਕੁਛ ਹੋਣੀ ਹੈ ਇਹਨਾਂ ਦੇ ਵਿੱਚ ਹੀ ਹੋਣੀ ਹੈ। ਹਾਂ, ਹੁਣ ਚੀਫ ਸੈਕਟਰੀ ਰਿਟਾਇਰਮੈਂਟ ਤੋਂ ਬਾਅਦ ਉਹਨੂੰ ਕਦੇ ਕਦੇ ਸੀਐਮਓ ਦੇ ਵਿੱਚ ਨਹੀਂ ਲਾਇਆ ਗਿਆ। ਹਮੀਰ ਹੋਰੀ ਪਹਿਲਾਂ ਹੀ ਦੱਸ ਚੁੱਕੀ ਹੈ, ਕਿਉਂਕਿ ਚੀਫ ਸੈਕਟਰੀ ਕਿਤੇ ਹਾਇਰ ਲੈਵਲ ਤੋਂ ਪ੍ਰੋਟੋਕੋਲ 'ਚ ਰਿਟਾਇਰ ਹੁੰਦਾ ਹੈ। ਹਾਂ, ਜੇ ਉਹਨਾਂ ਨੂੰ ਕੈਬਨਿਟ ਰੈਂਕ ਦਾ ਦਰਜਾ ਦੇ ਕੇ ਸੀਐਮਓ 'ਚ ਲਿਆਉਣਾ ਹੈ ਤੇ ਅਨਪ੍ਰੈਸੀਡੈਂਟ ਹੋਵੇਗਾ। ਮੈਂ ਸਰਦਾਰ ਹਮੀਰ ਸਿੰਘ ਜੀ, ਜਦੋਂ ਇਹ ਸਾਰੇ ਮਾਮਲੇ ਨੂੰ ਇੱਕ ਵਾਰੀ ਦੁਬਾਰਾ ਦੇਖਦਾ ਹੈ, ਜਿਹਦੇ ਵਿੱਚ ਜੰਜੂਆ ਸਾਹਿਬ ਦਾ ਜ਼ਿਕਰ ਆ ਰਿਹਾ, ਜੰਜੂਆ ਸਾਹਿਬ ਬਹੁਤ ਦੇਰ ਤੱਕ ਹਾਸ਼ੀਏ ਤੇ ਰਹੇ ਔਰ ਉਹ ਕਿਸੇ ਵੀ ਗਰੁੱਪ ਦਾ, ਜਿਹੜੇ ਅਫਸਰਾਂ ਦੇ ਗਰੁੱਪ ਹੈਗੇ ਆ, ਕਿਸੇ ਧੜੇ ਦਾ ਹਿੱਸਾ ਨਹੀਂ ਸੀਗੇ। ਉਹਨਾਂ ਨੂੰ ਕਾਫੀ ਦੇਰ ਤੱਕ ਕੋਈ ਬਹੁਤ ਅਹਿਮ ਪੋਸਟਿੰਗ ਵੀ ਨਹੀਂ ਮਿਲੀ, ਤੇ ਇਸ ਮਾਮਲੇ 'ਚ ਉਹ ਹੁਣ ਵੀ ਗਰੁੱਪਾਂ ਤੋਂ ਪਾਸੇ ਆ। ਲੇਕਿਨ ਹੁਣ ਗਰੁੱਪ ਇੱਕ ਮੁੱਖ ਮੰਤਰੀ ਦਾ, ਇੱਕ ਦਿੱਲੀ ਵਾਲਿਆਂ ਦਾ, ਇਹ ਕਿੰਨੀ ਕੁ ਉਹਦੇ ਵਿੱਚ ਦੋਨਾਂ ਦੇ ਵਿੱਚ ਬੈਲੈਂਸ ਬਣਾ ਪਾਏ ਆ। ਸਰਦਾਰ ਜਗਤਾਰ ਸਿੰਘ ਹੁਣਾਂ ਇੱਕ ਗੱਲ ਕੀਤੀ ਸੀਗੀ ਕਿ ਆਖਿਰ ਮੁੱਖ ਮੰਤਰੀ ਨੂੰ ਸਲਾਹ ਦੇਣੀ ਹੁੰਦੀ, ਫੈਸਲੇ ਲੈਣੇ ਹੁੰਦੇ ਆ। ਜਦੋਂ ਇਹਨਾਂ ਪਹਿਲੀ ਵਾਰੀ ਆਪਣਾ ਸਿਹਤ ਮੰਤਰੀ ਟੰਗਿਆ ਸੀ ਤੇ ਬਰਖਾਸਤ ਉਹਨੂੰ ਕਰਤਾ, ਪਰ ਫਾਈਲ ਗਵਰਨਰ ਕੋਲ ਬਰਖਾਸਤਗੀ ਵਾਲੀ ਭੇਜਣੀ ਭੁੱਲ ਗਏ ਸੀ। ਉਹ ਵੀ ਰਾਤ ਨੂੰ ਕਾਲੀ ਕਾਲੀ ਫਿਰ ਦਸਤੀ ਕਰਾਉਣਾ ਪਿਆ ਸੀ। ਹਾਲਾਂਕਿ ਉਹ ਬਰਖਾਸਤਗੀ ਕਰਨੀ ਗਵਰਨਰ ਨੇ ਹੁੰਦੀ ਆ। ਕਿਸੇ ਨੂੰ ਤੁਸੀਂ ਲਾਉਣਾ ਹੈ ਤਾਂ ਉਹਦੀ ਰਿਕਮੈਂਡੇਸ਼ਨ ਹੀ ਭੇਜ ਦਿਓ, ਬਾਕੀ ਗਵਰਨਰ ਨੇ ਰੱਖਣਾ ਲਾਉਣਾ ਹੁੰਦਾ। ਖੈਰ, ਮੈਂ ਅੱਗੇ ਚੱਲਾਂ। ਸਰਦਾਰ ਹਮੀਰ ਸਿੰਘ ਜੀ, ਸੁਪਰੀਮੋ ਕੱਲ ਤਾਂ ਬਹੁਤ ਖੁਸ਼ ਸੀ, ਢੋਲ ਵੱਜੇ, ਹਾਰ ਪਏ, ਖਬਰਾਂ ਬਣੀਆਂ, ਪ੍ਰੈਸ ਕਾਨਫਰੰਸਾਂ ਹੋਈਆਂ, ਪਤਾ ਲੱਗਿਆ ਅਸੀਂ ਫੁੱਲ ਫਲੈਜ ਬਣ ਗਏ, ਪਾਵਰ ਵਾਲੇ, ਜਿਹਨੂੰ ਮਰਜ਼ੀ ਟਲਾਵਾਂਗੇ। ਪੁਰਾਣੇ ਜਿੰਨੇ ਵੀ ਪੰਗੇ ਸੀ, ਲੱਗਿਆ ਵੀ ਲਿਸਟਾਂ ਬਣਾ ਲਿਓ, ਜਿਹੜੇ ਫਾਈਲਾਂ ਨਹੀਂ ਸੀ ਕਰਦੇ ਕੱਢਦੇ, ਜਿਹੜੇ ਤੰਗ ਕਰਦੇ ਸੀ, ਅੱਖਾਂ ਵਿਖਾਉਂਦੇ ਸੀ, ਲਿਆਓ ਹੁਣ ਕਿਹਦੇ ਪਿਓ ਨੂੰ ਕਹਿਣਗੇ ਜਾ ਕੇ। ਪਰ ਇੱਕੋ ਦਿਨ 'ਚ ਪੇਚਾ ਫਸ ਗਿਆ। ਜਰਾ ਗੱਲ ਸਮਝਾ, ਪੇਚਾ ਫਸਿਆ ਕਿੱਥੇ? ਹੁਣ ਇੱਕੋ ਹੀ ਬਦਲੀ ਟੰਗੀ ਗਈ ਰਾਹ 'ਚ। ਅਸਲ 'ਚ ਇੱਕ ਗੱਲ ਤਾਂ ਨਾ ਇਹ ਬਹੁਤ ਦਿੰਦੀ ਹੈ, ਜਿਵੇਂ ਕਹਿੰਦੇ ਨੇ ਵੀ ਅਜੇ ਆਰਡਰ ਲੋਕਾਂ ਕੋਲ ਪਹੁੰਚੇ ਨਹੀਂ ਤੇ ਚੱਕ ਕੇ ਤੁਸੀਂ ਧੜਾ ਧੜ ਸਟਾਰਟ ਕਰ ਦਿਓ ਕੰਮ ਵੀ। ਮੈਂ ਤਾਂ ਪਹਿਲਾਂ ਦਾ ਬਹੁਤ ਔਖਾ ਬੈਠਾ, ਆਰਡਰ ਪਹਿਲਾਂ ਹੀ ਲਈ ਤੇ ਕਰ ਦਿਓ। ਐਡੀ ਕਾਹਲ ਵੀ ਕਾਹਦੀ ਹੁੰਦੀ ਆ? ਤੁਸੀਂ ਇੱਕ ਦੋ ਦਿਨ ਬੈਠਦੇ ਹੋ, ਦੁਬਾਰਾ ਅਫਸਰਾਂ ਨਾਲ ਗੱਲ ਕਰਦੇ ਹੋ, ਉਹਨਾਂ ਨੂੰ ਕਹਿੰਦੇ ਹੋ ਭਾਈ ਆ ਹੁਣ ਤੋਂ ਐਂ ਚੱਲੋ, ਚਲੋ ਜੋ ਵੀ ਪਹਿਲਾਂ ਹੋਇਆ ਦੇਖਦੇ ਆ। ਕੋਈ ਤਰੀਕਾ ਤਾਂ ਹੁੰਦਾ ਹੀ ਹੈ ਨਾ ਗੱਲ ਕਰਕੇ। ਉਸ ਤੋਂ ਬਾਅਦ ਵੀ ਤਾਂ ਕਈ ਚੀਜ਼ਾਂ ਹੁੰਦੀਆਂ ਨੇ। ਤੇ ਸੁਪਰੀਮੋ ਸਾਹਿਬ, ਸੁਪਰੀਮੋ ਪਹਿਲਾਂ ਲੈ ਕੇ ਦਿਮਾਗ 'ਚ ਬੈਠੇ, ਹੋ ਸਕਦਾ ਉਹ ਅਫਸਰ ਹੀ ਦੁਬਾਰਾ ਮੰਨਣ ਲੱਗ ਜਾਂਦੇ। ਬਿਊਰੋਕ੍ਰੇਸੀ ਤਾਂ ਇਹੋ ਜਿਹੀ ਹੁੰਦੀ ਹੈ, ਜਦੋਂ ਪਾਵਰ ਪਤਾ ਲੱਗ ਗਈ ਹੁਣ ਇੱਧਰ ਨਹੀਂ ਇੱਧਰ ਹੈ, ਤਾਂ ਸ਼ਾਇਦ ਉਹ ਜਿਹੀ ਬਣ ਜਾਂਦੀ ਕਿਸੇ ਨਾ ਕਿਸੇ ਰੂਪ ਦੇ ਵਿੱਚ। ਪਰ ਦੂਜੀ ਗੱਲ ਨਾਲ ਦੀ ਨਾਲ ਇਹ ਹੈ ਕਿ ਉਹ ਪੋਸਟਿੰਗ ਕਰਤੀ ਇਹਨਾਂ ਨੇ, ਉਹ ਇੰਪਲੀਮੈਂਟ ਨਹੀਂ ਹੋਈ। ਦੁਬਾਰਾ ਫਿਰ ਉਹੀ ਕਾਂਗਰਸੀ ਵਕੀਲ ਅਭਿਸ਼ੇਕ ਮਨੂ ਸਿੰਘਵੀ ਦੇ ਰਾਹੀਂ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਸੁਪਰੀਮ ਕੋਰਟ ਜਾ, ਤਾਂ ਉਹਨਾਂ ਨੇ ਕਿਹਾ ਵੀ ਹੁਣ ਥੋੜਾ ਜਿਹਾ ਰੁਕੋ, ਅਗਲੇ ਹਫਤੇ ਦੇਖਾਂਗੇ, ਜੱਜਮੈਂਟ ਤਾਂ ਆ ਗਈ ਹੈ, ਠੀਕ ਹੈ, ਅਗਲੇ ਹਫਤੇ ਆਪਾਂ ਸੁਣ ਲਾਂਗੇ ਤੁਹਾਡੀ ਜੋ ਵੀ ਚੀਜ਼ ਹੋਏਗੀ। ਹੁਣ ਇਹਦੇ ਸਭ ਤੋਂ ਮਹੱਤਵਪੂਰਨ ਚੀਜ਼ ਕੀ ਆ? ਅਜੇ ਵੀ ਇਹ ਹੈ ਕਿ ਜਿਹੜੀ ਜੱਜਮੈਂਟ ਹੈ ਉਹਦੇ 'ਚ ਇਹ ਕਿਹਾ ਕਿ ਵਿਧਾਨਕ ਔਰ ਕਾਰਜਪਾਲਿਕਾ ਨਾਲ ਸੰਬੰਧਿਤ ਉਹ ਅਧਿਕਾਰ ਤੁਹਾਡੇ ਕੋਲ ਨੇ, ਉਹ ਅਫਸਰ ਜਿਹੜੇ ਤੁਹਾਡੇ ਦਾਇਰੇ ਦੇ ਨੇ। ਤਿੰਨ ਚੀਜ਼ਾਂ ਵੱਡੀਆਂ ਨੂੰ ਛੱਡ ਕੇ, ਪਬਲਿਕ ਆਰਡਰ, ਪੁਲਿਸ ਤੇ ਜ਼ਮੀਨ ਦਾ ਮਾਮਲਾ, ਇਹ ਤਿੰਨੇ ਅਜੇ ਵੀ ਗਵਰਨਮੈਂਟ ਆਫ ਇੰਡੀਆ ਕੋਲ ਨੇ। ਹੁਣ ਇਹਨਾਂ ਤਿੰਨਾਂ ਨੂੰ ਸਾਂਭਣ ਵਾਲਾ ਸਭ ਤੋਂ ਬੜਾ ਐਡਮਿਨਿਸਟ੍ਰੇਟਿਵ ਅਧਿਕਾਰੀ ਕੌਣ ਹੁੰਦਾ? ਚੀਫ ਸੈਕਟਰੀ ਦੇ ਨਾਂ ਤੇ ਚੱਲਦਾ। ਚੀਫ ਸੈਕਟਰੀ ਦੀ ਅਪਾਇੰਟਮੈਂਟ ਕੌਣ ਕਰੇਗਾ? ਹੋਮ ਸੈਕਟਰੀ ਦੀ ਅਪਾਇੰਟਮੈਂਟ ਜੇ ਉਹਨਾਂ ਕੋਲ ਡਿਪਾਰਟਮੈਂਟ ਹੈ ਤਾਂ ਕੀ ਉਹੀ ਕਰਨਗੇ? ਐਲਜੀ ਜਾਂ ਹੋਮ ਡਿਪਾਰਟਮੈਂਟ ਜਾਂ ਕੌਣ ਕਰੇਗਾ? ਇਹ ਅਜੇ ਨਾ, ਇਹ ਮੇਰੇ ਖਿਆਲ ਇੱਕ ਮਿਲਵਰਤਨ ਤੇ ਇੱਕ ਸੁਰਤਾ ਨਾਲ ਕੰਮ ਚੱਲਦੇ ਨੇ। ਜੇ ਉਹ ਡਾਂਗ ਤੇ ਡੇਰੇ ਵਾਲਾ ਕੰਮ ਹੁੰਦਾ ਨਾ, ਮੈਂ ਤਕੜਾ ਤੇ ਤੂੰ ਨਹੀਂ ਹੈ, ਇਹ ਇੰਟਰਡਿਪੈਂਡੈਂਸ ਹੈ ਪ੍ਰਸ਼ਾਸਨਿਕ ਮਾਮਲਿਆਂ ਦੇ ਵਿੱਚ, ਤੇ ਉਹ ਐਡੇ ਤਰੀਕੇ ਨਾਲ ਨਹੀਂ ਚੱਲਣਾ। ਜੇ ਫਿਰ ਇਹ ਲੈਣਾ ਕਰਨਾ ਤਾਂ ਫੈਡਰਲਿਜ਼ਮ ਦੀ ਲੜਾਈ ਲੜੋ, ਪੂਰੇ ਸਟੇਟ ਦੀ ਲੜਾਈ ਲੜੋ, ਫੁੱਲ ਸਟੇਟ ਸਾਨੂੰ ਚਾਹੀਦੀ ਹੈ।
ਤੇ ਫੁੱਲ ਸਟੇਟ ਦੇ ਵਿੱਚੋਂ ਵੀ ਅਜੇ ਸਟੇਟਾਂ ਨੂੰ ਅਧਿਕਾਰਾਂ ਦੀ ਅਗਲੀ ਲੜਾਈ ਲੜੋ ਕਿ ਸਾਨੂੰ ਹੋਰ ਚੀਜ਼ਾਂ ਵੀ ਚਾਹੀਦੀਆਂ ਨੇ। ਗੱਲਾਂ ਤਾਂ ਇੱਥੋਂ ਤੱਕ ਹੁੰਦੀਆਂ ਨੇ ਜਿਵੇਂ ਪੰਜਾਬ ਦੇ ਵਿੱਚ ਵੀ ਇਵਨ ਡੀਜੀਪੀ ਲਾਉਣਾ ਹੋਵੇ, ਬਾਕੀ ਉਹ ਗਵਰਨਮੈਂਟ ਆਫ ਇੰਡੀਆ ਦੇ ਜਾਂ ਸੈਂਟਰਲ ਹੋਮ ਮਿਨਿਸਟਰੀ ਤੋਂ ਬਿਨਾਂ ਨਹੀਂ ਛੇਤੀ ਕੀਤਾ ਲੱਗਦਾ, ਜਿਹੜੀ ਫੁੱਲ ਸਟੇਟ ਜਿਹੜੀਆਂ ਬਾਕੀ ਨੇ। ਤੇ ਤੁਸੀਂ ਇੰਨਾ ਕੁ ਲੈ ਕੇ ਹੀ ਇੰਨਾ ਖੁਸ਼ ਹੋ ਕੇ ਨਹੀਂ ਕੰਮ ਚੱਲਦਾ ਹੁੰਦਾ ਮੇਰਾ ਖਿਆਲ ਹੈ। ਇਹ ਚੀਜ਼ਾਂ 'ਚ ਇੱਕ ਤਾਂ ਕਹਿੰਦੇ ਨੇ ਕਿ ਲੋੜੋਂ ਵੱਧ ਛੋਟੀ ਜੀ ਗੱਲ ਤੇ ਖੁਸ਼ ਹੋ ਜਾਓ, ਛੋਟੀ ਜੀ ਗੱਲ ਤੇ ਬਹੁਤ ਨਾਰਾਜ਼ ਵੀ ਹੋ ਜਾਓ। ਇਹ ਮਤਲਬ ਸਟੇਟਸਮੈਨਸ਼ਿਪ ਦਾ ਇੱਕ ਤਰੀਕਾ ਨਹੀਂ ਹੁੰਦਾ, ਬਹੁਤ ਜ਼ਿਆਦਾ ਫਰਕ ਨਹੀਂ ਪੈਂਦੇ ਹੁੰਦੇ ਇਹਨਾਂ ਗੱਲਾਂ ਨਾਲ। ਔਰ ਹਾਂ ਇਹ ਜ਼ਰੂਰ ਹੈ ਕਿ ਇਹਦੇ ਤੇ ਕੋਈ ਵੀ ਨਹੀਂ ਬੋਲ ਰਿਹਾ, ਨਾ ਬਾਕੀ ਪਾਰਟੀਆਂ ਬੋਲੀਆਂ, ਨਾ ਆਮ ਆਦਮੀ ਪਾਰਟੀ ਬੋਲੀ, ਕਿ ਇਹ ਸੁਪਰੀਮ ਕੋਰਟ ਦੀ ਜੱਜਮੈਂਟ ਦਾ ਸੰਕੇਤ ਫੈਡਰਲ ਸਟਰਕਚਰ ਦੇ ਪੱਖ ਦੇ ਵਿੱਚ ਹੈ, ਸਰਬਸੰਮਤ ਦੀ ਜੱਜਮੈਂਟ ਹੈ, ਤੇ ਇਹਨੂੰ ਅੱਗੇ ਵਧਾਇਆ ਜਾਵੇ, ਐ ਜੇ ਏਜੰਡਾ ਇਸ ਗੱਲ ਨੂੰ ਅੱਗੇ ਤੋਰਿਆ ਜਾਵੇ। ਟੈਕਨੀਕੈਲਿਟੀ ਚ ਪੈ ਗਏ, ਅਦਾਲਤਬਾਜ਼ੀ ਚ ਪੈ ਗਏ, ਉਸੇ ਚੱਕਰ ਦੇ ਵਿੱਚ ਅਦਾਲਤਾਂ 'ਚ ਤਾਂ ਕੇਸ ਆਈ ਚੱਲਦੇ ਰਿਹਾ ਕਰਨਗੇ, ਹੌਲੀ ਹੌਲੀ ਜਦ ਤੱਕ ਆਇਆ ਕਰੂਗੀ ਸਰਕਾਰ, ਪਤਾ ਨਹੀਂ ਲੰਘ ਜਾਂਦਾ ਟਾਈਮ, ਉਦੋਂ ਤੱਕ ਚੱਲਦੇ ਚੱਲਦੇ ਕਈ ਜੱਜਮੈਂਟਾਂ ਤਾਂ ਉਦੋਂ ਬਾਅਦ ਆਉਂਦੀਆਂ ਨੇ ਜਦੋਂ 5 ਸਾਲ ਹੀ ਲੰਘ ਜਾਣਗੇ। ਇਹਨੂੰ ਵੀ ਧਿਆਨ 'ਚ ਰੱਖਣਾ ਚਾਹੀਦਾ ਅਦਾਲਤਾਂ 'ਚ। ਇਹ ਧਿਆਨ 'ਚ ਤਾਂ ਰੱਖੀ ਜਾਂਦੀ ਹੈ ਗੱਲ ਕਿ ਨਹੀਂ, ਲੇਕਿਨ ਬੜੀ ਕਾਲ ਦੇ ਵਿੱਚ ਰਿਐਕਸ਼ਨ ਆ ਜਾਂਦੇ ਨੇ ਔਰ ਪੋਲਿਟਿਕਸ ਮਘਾਤੀ ਜਾਂਦੀ ਹੈ। ਸਰਦਾਰ ਜਗਤਾਰ ਸਿੰਘ ਜੀ, ਮਾਮਲਾ ਤੇ ਸਿਰਫ ਇੰਨਾ ਕਿ ਨਹੀਂ ਕਿ ਅਧਿਕਾਰ ਤੁਹਾਨੂੰ ਮਿਲੇ ਨਹੀਂ ਮਿਲੇ, ਵੈਸੇ ਜਦੋਂ ਤੁਸੀਂ ਹੈ ਹੀ ਇੱਕ ਯੂਟੀ ਵਰਗੇ ਹੋ, ਇਹ ਸਟੇਟ ਪੂਰੀ ਦੀ ਪੂਰੀ ਨਹੀਂ ਹੈ, ਤਾਂ ਫਿਰ ਕੇਜਰੀਵਾਲ ਸਾਹਿਬ ਨੂੰ ਵੀ ਕਿਤੇ ਲੱਗਦਾ ਹੋਣਾ ਵੀ ਮੈਂ ਤਾਂ ਪੂਰੀਆਂ ਸਟੇਟਾਂ ਦੇ ਮੁੱਖ ਮੰਤਰੀ ਬਣਾਉਣ ਵਾਲਾ ਹੈ, ਕੱਲ ਨੂੰ ਮੇਰੀ ਦਾਅਵੇਦਾਰੀ ਪ੍ਰਧਾਨ ਮੰਤਰੀ ਦੀ ਕੁਰਸੀ ਲਈ ਆ, ਤੇ ਮੇਰੀ ਸੀਮਤਾਈ, ਮੇਰੀਆਂ ਲਿਮਿਟੇਸ਼ਨਸ ਮੈਨੂੰ ਛੋਟਾ ਤਾਂ ਨਹੀਂ ਕਰ ਰਹੀਆਂ। ਮੈਨੂੰ ਲੱਗਦਾ ਪੰਜਾਬ ਲਈ ਤੇ ਔਖਾ, ਗਾਂ ਉਹਨਾਂ ਦਾ ਯਤਨ ਹੋਊਗਾ ਵੀ ਘੱਟੋ ਘੱਟ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਹਰਿਆਣੇ ਦੀ ਜਾਂ ਹਰਿਆਣੇ ਵਰਗੀ ਫੁੱਲ ਸਟੇਟ ਦਾ ਮੁੱਖ ਮੰਤਰੀ ਬਣ ਕੇ ਜ਼ਰੂਰ ਕੁਝ ਕੀਤਾ ਜਾਵੇ। ਇੱਕ ਪਹਿਲੂ ਇਹ ਵੀ ਹੈ, ਇਹ ਤਾਂ ਹਾਸਾ ਠੱਠਾ ਮੈਂ ਕਰਦਾ, ਇਹਦੇ ਤੇ ਤੁਹਾਡੀ ਟਿੱਪਣੀ ਦਿਲਚਸਪ ਰਹੂਗੀ, ਪਰ ਵੈਸੇ ਨਾਲ ਜਿਹੜਾ ਕਾਂਗਰਸੀਆਂ ਵਾਲਾ ਮਾਮਲਾ ਉਹਨੂੰ ਤੁਸੀਂ ਇੱਕ ਵਾਰੀ ਸ਼ੁਰੂ ਜ਼ਰੂਰ ਕਰ ਦਿਓ। ਕਾਂਗਰਸੀਆਂ ਤੇ ਵੀ ਪਰਚੇ ਹੋ ਗਏ, ਇਹ ਜਿਹੜੀ ਇਲੈਕਸ਼ਨ ਵਾਲੇ ਦਿਨ ਦੀ ਰੌਲੀ ਹੈ ਇਹ ਹੁਣ ਕ੍ਰਾਸ ਪਰਚਿਆਂ ਦੇ ਵਿੱਚ ਬਦਲ ਗਈ ਹੈ। ਮੈਨੂੰ ਲੱਗਦਾ ਸਮਝੌਤਾ ਕਰਾਉਣਾ ਚਾਹੁੰਦੀ ਹੈ ਸੱਤਾ, ਪੁਲਿਸ ਨੇ ਰਾਹ ਰਸਤੇ ਇਹਨਾਂ ਨੂੰ ਵੀ ਦੱਸਦੇ ਲੱਗਦੇ। ਆਪਾਂ ਪਹਿਲਾਂ ਕੇਜਰੀਵਾਲ ਹੋਰਾਂ ਦੀ ਇਸ਼ੂ ਥੋੜਾ ਜਿਹਾ ਟੱਚ ਕਰ ਲਈਏ। ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਟਸਲ ਚੱਲ ਰਹੀ ਹੈ ਨਰਿੰਦਰ ਮੋਦੀ ਤੇ ਕੇਜਰੀਵਾਲ ਦੀ, ਇਹ ਅਸਲੀ ਟਸਲ ਤਾਂ ਉਹ ਹੈ ਨਾ ਜਿਹੜੀ ਪਾਵਰ ਦੀ ਨਹੀਂ ਹੈ, ਅਸਲੀ ਟਸਲ ਇੱਥੇ ਪੋਲੀਟੀਕਲ ਟਸਲ ਹੈ ਇਹਨਾਂ ਦੀ। ਤੇ ਇਹ ਇਸ ਬਹਾਨੇ ਜਿਹੜੀ ਪਾਵਰ ਦੇ ਬਹਾਨੇ ਟਸਲ ਚੱਲ ਰਹੀ ਹੈ ਕੇਜਰੀਵਾਲ ਨੂੰ ਜ਼ਿਆਦਾ ਸੂਟ ਕਰ ਰਹੀ ਹੈ ਜੀ। ਇਹਦੇ ਵਿੱਚ ਇਹ ਸ਼ਹੀਦੀ ਬਾਣਾ ਪਾਉਣ ਦੀ ਵੀ ਇੱਕ ਮੈਨੂੰ ਕੋਸ਼ਿਸ਼ ਇਹਨਾਂ ਦੀ ਨਜ਼ਰ ਆ ਰਹੀ ਹੈ। ਸੁਪਰੀਮ ਕੋਰਟ ਨੇ ਕੱਲ ਆਪਣੀ ਵਰਡਿਕਟ ਦੇ ਵਿੱਚ ਜਿਹੜੀਆਂ ਪਾਵਰਸ ਹੈ ਉਹਦੇ 'ਚ ਬੜਾ ਕਲੀਅਰਲੀ ਡਿਫਾਈਨ ਕੀਤਾ ਹੈ ਕਿ ਸੈਂਟਰ ਦਾ ਕੀ ਏਰੀਆ ਹੈ, ਸਟੇਟ ਦਾ ਕੀ ਏਰੀਆ ਹੈ, ਸੈਮੀ ਸਟੇਟ ਦਾ ਕੀ ਏਰੀਆ ਹੈ। ਉਹਨਾਂ ਨੇ ਵਰਡ ਫੈਡਰਲਿਜ਼ਮ ਯੂਜ਼ ਕੀਤਾ ਹੈ ਇੱਕ ਪ੍ਰੋਪਰ ਸਪਿਰਿਟ ਦੇ ਵਿੱਚ ਜੀ। ਤੇ ਡਿਟੇਲ ਤਾਂ ਹਲੇ ਸਟੱਡੀ ਕਰਨੀ ਹੈ ਵੀ ਫਾਈਨਲ ਉਹਦੇ 'ਚ ਨੁਆਂਸਿਸ ਕੀ ਹੈ ਉਸ ਜਜਮੈਂਟ ਦੀਆਂ, ਲੇਕਿਨ ਜੋ ਕੁਝ ਅਖਬਾਰਾਂ ਦੇ ਵਿੱਚ ਛਪਿਆ ਹੈ ਉਹਨਾਂ ਹੀ ਆਪਣੇ ਆਪ ਦੇ ਵਿੱਚ ਬੜਾ ਕਲੀਅਰ ਹੈ ਕਿ ਉਹਨਾਂ ਨੇ ਇੱਕ ਲਾਈਨ ਡਰਾ ਕਰਤੀ ਕਿ ਕੇਂਦਰ ਇਹਨੂੰ ਵਾਇਲੇਟ ਨਹੀਂ ਕਰ ਸਕਦਾ। ਇਹ ਬੇਸਿਕ ਸਟਰਕਚਰ ਦਾ ਪਾਰਟ ਹੈ, ਇਹ ਜਿਹੜੀ ਡਿਵੀਜ਼ਨ ਹੈ ਪਾਵਰਸ ਦੀ, ਇਹ ਵਾਇਲੇਟ ਨਹੀਂ ਹੋ ਸਕਦੀ। ਉਸ ਤੋਂ ਬਾਅਦ ਜਿਹੜੀ ਹੁਣ ਡਿਵੈਲਪਮੈਂਟ ਹੋ ਰਹੀ ਹੈ ਉਹਦਾ ਫਾਲੋ ਅਪ ਉਹ ਪ੍ਰੋਸੀਜਰਲ ਹੈ ਕਿ ਉਸ ਜਜਮੈਂਟ ਨੂੰ ਅਲਟੀਮੇਟਲੀ ਇੰਪਲੀਮੈਂਟ ਕਿਵੇਂ ਕਰਨਾ ਹੈ। ਇਹ ਮੇਰੇ ਖਿਆਲ 'ਚ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਇਹ ਸਾਰਟ ਆਊਟ ਹੋ ਜਾਏਗੀ। ਲੇਕਿਨ ਇਹ ਸ਼ਹੀਦੀ ਬਾਣਾ ਕੇਜਰੀਵਾਲ ਜੀ ਨੂੰ ਬਹੁਤ ਸੂਟ ਕਰਦਾ ਹੈ ਇਸ ਸਾਰੇ ਮਾਮਲੇ ਦੇ ਵਿੱਚ ਜੀ। ਹੁਣ ਮੈਂ ਤੁਹਾਡੇ ਆਉਣਾ ਕਾਂਗਰਸ ਦੀ ਗੱਲ ਤੇ ਕਿ ਪੰਜਾਬ ਦੇ ਵਿੱਚ ਜਲੰਧਰ ਬਾਈ ਇਲੈਕਸ਼ਨ ਤੋਂ ਬਾਅਦ ਜੋ ਕੁਝ ਜਿਵੇਂ ਕੇਸ ਕ੍ਰਾਸ ਕੇਸ ਬਣ ਰਹੇ, ਗੱਲ ਤਾਂ ਇਹ ਹੈ ਕਿ ਵਾਇਲੇਸ਼ਨ ਹੋਈ ਹੈ, ਫੋਟੋਆਂ ਛਪੀਆਂ, ਬਹਾਨਾ ਜੋ ਮਰਜ਼ੀ ਕਰ ਲਓ ਕਿ ਇੱਕ ਸਿੰਪਲ ਜਿਹਾ ਇਲੈਕਸ਼ਨ ਕਮਿਸ਼ਨ ਨੇ ਫੈਸਲਾ ਕੀਤਾ ਹੋਇਆ ਕਿ ਉਸ ਇਲਾਕੇ ਦੇ ਵਿੱਚ ਇਲੈਕਸ਼ਨ ਡੇ ਤੇ ਬਾਹਰਲਾ ਬੰਦਾ ਨਹੀਂ ਹੋਣਾ ਚਾਹੀਦਾ। ਤੇ ਇਹ ਵੀ ਅੱਗੇ ਹੁੰਦਾ ਸੀ ਕਈ ਵਾਰੀ ਹਾਈਵੇ ਆਪਣੇ ਬਾਈ ਇਲੈਕਸ਼ਨ ਜਦੋਂ ਹੁੰਦੀ ਸੀਗੀ ਤੇ ਹਾਈਵੇਜ਼ ਤੇ ਚੈਕਿੰਗ ਸ਼ੁਰੂ ਹੋ ਜਾਂਦੀ ਸੀ। ਇਹ ਸਾਰਾ ਕੁਝ ਅੱਗੇ ਹੁੰਦਾ ਰਿਹਾ। ਹੁਣ ਇਹਨਾਂ ਨੇ ਪੂਰੀ ਪਾਰਟੀ ਦਾਅ ਤੇ ਲਾਤੀ, ਬਾਹਰੋਂ ਐਮਐਲਏ ਆ ਗਏ, ਸਾਰਾ ਕੁਝ ਹੋ ਗਿਆ, ਵਰਕਰ ਬਾਹਰੋਂ ਆ ਗਿਆ। ਆਪਣੇ ਭਗਵੰਤ ਮਾਨ ਵਾਸਤੇ ਇਹ ਸੀਟ ਸੰਗਰੂਰ ਤੋਂ ਵੱਡਾ ਪ੍ਰੈਸਿੰਗ ਇਸ਼ੂ ਬਣ ਗਈ ਕਿਉਂਕਿ
ਇਹਦੇ ਵਿੱਚ ਇਹਨਾਂ ਦੀ ਆਪਣੀ ਸਰਵਾਈਵਲ ਵੀ ਐਟ ਸਟੇਕ ਹੋ ਸਕਦੀ। ਇਸ਼ੂ ਵੱਡੇ ਹੈਗੇ। ਸੰਗਰੂਰ ਤੋਂ ਬਾਅਦ ਜੇ ਹੁਣ ਜਲੰਧਰ ਸੀਟ ਤਾਂ ਇਹਨਾਂ ਦੀ ਹੈ ਨਹੀਂ, ਅਦਰਵਾਈਜ਼ ਆਪਾਂ ਇਹ ਵੀ ਦੇਖੀ ਸੀਟ ਤਾਂ ਕਾਂਗਰਸ ਦੀ ਸੀਟ ਸੀਗੀ, ਉਹ ਉਹਨਾਂ ਕਰਕੇ ਬਾਈ ਇਲੈਕਸ਼ਨ ਹੋਈ, ਚੌਧਰੀ ਸੰਤੋਖ ਸਿੰਘ ਦੀ ਡੈਥ ਕਰਕੇ ਉਹ ਉਹਨਾਂ ਦੀ ਸੀਟ ਸੀਗੀ। ਤੇ ਹੁਣ ਆਪਸ ਦੇ ਚੈਲੰਜ ਉਹ ਸੀਟ ਉਹਨਾਂ ਤੋਂ ਖੋਣ ਦਾ ਹੈ। ਤੇ ਜੇ ਇਹਨੂੰ ਇੰਨਾ ਵੱਡਾ ਚੈਲੰਜ ਨਾ ਬਣਾਉਂਦੇ, ਇਹਨੂੰ ਇੱਥੇ ਹੀ ਰੱਖਦੇ ਕਿ ਸੀਟ ਕਾਂਗਰਸ ਦੀ ਹੈ, ਸਿੱਧਾ ਨਾ ਕਹੋ ਤੁਸੀਂ, ਲੇਕਿਨ ਇਹ ਅਲਟੀਮੇਟਲੀ ਕਨਵੇ ਹੋ ਜਾਂਦਾ ਹੁੰਦਾ ਕਿ ਜਿਹੜੀ ਰੂਲਿੰਗ ਪਾਰਟੀ ਆ ਉਸ ਲੈਵਲ ਤੇ ਲੜਾਈ ਲੜ ਰਹੀ ਹੈ। ਪ੍ਰੈਸ ਇਸ਼ੂ ਨਾ ਬਣਾ ਕੇ ਹੁਣ ਵਰਚੁਅਲੀ ਜਿਹੜੀ ਇਲੈਕਸ਼ਨ ਹੈ, ਇਹਨਾਂ ਨੇ ਆਪਣੀ ਹੀ ਪਰਫਾਰਮੈਂਸ ਤੇ ਆਪਣੀ ਸਰਕਾਰ ਤੇ ਰੈਫਰੈਂਡਮ ਬਣਾਤਾ। ਇਹ ਲਫ਼ਜ਼ ਵਰਤਿਆ ਨਹੀਂ ਗਿਆ, ਲੇਕਿਨ ਇਹ ਵਰਚੁਅਲੀ ਇਹਨਾਂ ਨੇ ਇਸ ਨਹੀਂ ਵਰਤਿਆ। ਹਰਪਾਲ ਚੀਮਾ ਨੇ ਇੱਕ ਵਾਰੀ ਵਰਤਿਆ, ਜਦੋਂ ਪਾਰਟੀ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਕਿਹੋ ਜਿਹੀ ਸਟੇਟਮੈਂਟ ਦੇ ਰਹੇ ਹੋ, ਫਿਰ ਉਹਨਾਂ ਨੇ ਇਹਨੂੰ ਕਰੈਕਟ ਕੀਤਾ। ਇੱਕ ਵਾਰੀ ਉਹਨਾਂ ਨੇ ਕਹਿਤਾ ਸੀ ਵੀ ਲੋਕ ਫੈਸਲਾ ਕਰਨਗੇ ਸਾਡੇ ਸਾਲ ਦੀ ਕਾਰਗੁਜ਼ਾਰੀ ਤੇ। ਹਾਂ, ਉਹ ਸੋ ਇਹਨਾਂ ਨੇ ਰੈਫਰੈਂਡਮ ਮਤਲਬ ਵਰਚੁਅਲੀ ਰੈਫਰੈਂਡਮ ਬਣਾ ਕੇ ਮੈਂ ਕਹੂੰਗਾ ਇਹਨਾਂ ਨੇ ਇਲੈਕਸ਼ਨ ਲੜੀ ਹੈ। ਤੇ ਜਦੋਂ ਤੁਸੀਂ ਵਰਚੁਅਲੀ ਰੈਫਰੈਂਡਮ ਬਣਾ ਲਓ ਤੇ ਉਸ ਤੋਂ ਬਾਅਦ ਜਿਹੜੀਆਂ ਸਟੇਟਸ ਹੈ ਉਹ ਬਹੁਤ ਹਾਈ ਹੋ ਜਾਂਦੀਆਂ। ਸੋ ਇਹ ਪੋਲੀਟੀਕਲ ਲੈਵਲ ਤੇ ਭਗਵੰਤ ਮਾਨ ਵਾਸਤੇ ਬਹੁਤ ਵੱਡਾ ਚੈਲੰਜ ਹੈਗਾ। ਸੋ ਇਲੈਕਸ਼ਨ ਤਾਂ ਹੋ ਗਈ, ਹੁਣ ਉਹਦੇ ਤੁਸੀਂ ਆਪਣੇ ਕੇਸ ਬਣਾਈ ਜਾਓ, ਦਿਸ ਇਜ਼ ਪੋਲੀਟੀਕਲ ਵੈਂਡੇਟਾ ਦੇ ਉੱਤੇ। ਇਹ ਮੇਰੇ ਖਿਆਲ 'ਚ ਸਿਚੁਏਸ਼ਨ ਅਵੋਇਡ ਕਰਨੀ ਚਾਹੀਦੀ ਹੈ। ਇਲੈਕਸ਼ਨ ਤੋਂ ਬਾਅਦ ਤਾਂ ਜੋ ਕੁਛ ਹੋ ਗਿਆ ਉਹ ਤੇ ਮਿੱਟੀ ਪਾਓ। ਨਾਰਮਲੀ ਇੱਕ ਕੇਸ ਰਜਿਸਟਰ ਹੋਇਆ ਕਰਦੇ ਹੈ, ਕੋਈ ਬਹੁਤਾ ਫਰਕ ਨਹੀਂ ਪੈਂਦਾ। ਬਾਅਦ ਦੇ ਵਿੱਚ ਸਾਰਾ ਕੁਝ ਸਾਰਟ ਆਊਟ ਹੋ ਜਾਂਦਾ, ਸਾਲ ਕੁ ਲੱਗਦਾ ਹੁੰਦਾ ਹੈ ਤੇ ਵਿਡਰਾਵਡਰੂ ਹੋ ਜਾਂਦੇ ਆ, ਸਾਰੇ ਸੈਟਲ ਹੋ ਜਾਂਦਾ। ਕਦੇ ਕਿਸੇ ਨੂੰ ਇਹਨਾਂ ਕੇਸਾਂ 'ਚ ਕਦੇ ਕੋਈ ਸਜ਼ਾ ਹੀ ਨਹੀਂ ਮਿਲੀ। ਤੁਹਾਨੂੰ ਯਾਦ ਹੋਵੇ ਮੋਦੀ ਜੀ ਦੀ ਸ਼ਿਕਾਇਤ ਹੋਈ ਸੀ ਇੱਕ ਵਾਰੀ ਗੁਜਰਾਤ, ਉਹ ਆਪਣੇ ਇਲੈਕਸ਼ਨ ਸਿੰਬਲ ਲਾਇਆ ਹੋਇਆ ਸੀ ਜਦੋਂ ਵੋਟ ਪਾਉਣ ਗਏ ਸੀ। ਹੁਣ ਵੀ ਕਰਨਾਟਕਾ ਦੇ ਇਲੈਕਸ਼ਨ ਤੋਂ ਪਹਿਲਾਂ ਅਪੀਲ ਗਈ ਹੈ ਮੇਰੇ ਖਿਆਲ ਦੇ ਵਿੱਚ ਕਿਸੇ ਲੀਡਰ ਦੀ, ਬੀਜੇਪੀ ਦੇ ਦੀ ਵੋਟਾਂ ਪਾਉਣ ਵਾਸਤੇ। ਇਹ ਇਹੋ ਜਿਹੀਆਂ ਵਾਇਲੇਸ਼ਨ ਚੱਲਦੀਆਂ ਰਹਿੰਦੀਆਂ। ਸੋ ਇਹ ਨਾਰਮਲ ਜਿਹਾ ਹੈ, ਠੀਕ ਹੈ, ਕੇਸ ਬਣੇ ਹੈ। ਕਾਂਗਰਸ ਵਰਸਸ ਆਪ ਜ਼ਿਆਦਾ ਹੋਇਆ, ਬਾਕੀ ਦਾ ਘੱਟ ਹੈ। ਜੀ ਸਰਦਾਰ ਹਮੀਰ ਸਿੰਘ ਜੀ, ਐਮਐਲਏ ਸਾਹਿਬ ਤਾਂ ਟੌਂਗ ਸਾਹਿਬ ਤਾਂ ਜਾ ਰਹੇ ਸੀ ਸੁਲਤਾਨਪੁਰ ਲੋਧੀ ਨੂੰ, ਕਾਂਗਰਸੀਆਂ ਕੀਤਾ ਵੀ ਤੇ ਧੱਕਾ ਨਾ, ਰਾਹ 'ਚ ਰੋਕ ਲਏ, ਚਾਬੀ ਕੱਢ ਲਈ, ਗੱਲ ਆ ਕੋਈ ਕਰਨ ਵਾਲੀ? ਵੈਸੇ ਸਟੋਰੀ ਸੋਹਣੀ ਬਣੀ ਹੈ, ਲੋਕਾਂ ਨੂੰ ਪਤਾ ਹੈ ਕਿ ਉੱਥੇ ਕੀ ਹੋਇਆ, ਵੀਡੀਓ ਵਾਇਰਲ ਹੋਈਆਂ, ਸਾਰਾ ਕੁਝ। ਅਖੇ ਉੱਥੇ ਤਾਂ ਜਾਮ ਜੂਮ ਬੜਾ ਲੱਗਿਆ ਸੀ। ਉਹ ਮੈਨੂੰ ਤੁਹਾਡੀ ਗੱਲ ਗੈਰ ਰਸਮੀ ਗੱਲ ਵਧੀਆ ਲੱਗੀ ਕਿ ਪਤਾ ਨਹੀਂ ਸਾਡੀ ਪੱਤਰਕਾਰਤਾ ਦਾ ਮਿਆਰ ਇੰਨਾ ਡਿੱਗ ਪਿਆ ਵੀ ਜਲੰਧਰ 'ਚ ਥਾਂ ਜਾਮ ਲੱਗੇ ਸੀ ਉਦੋਂ, ਸਾਨੂੰ ਪਤਾ ਹੀ ਨਹੀਂ ਲੱਗਿਆ ਕਿਸੇ ਨੂੰ। ਸੋ ਇਹ ਸੁਲਤਾਨਪੁਰ ਲੋਧੀ ਨੂੰ ਜਾਂਦੇ ਜੇ ਐਮਐਲਏ ਘੇਰ ਲੈਣਗੇ ਤੇ ਪਰਚਾ ਤਾਂ ਹੋਊਗਾ ਹੀ ਨਾ ਜੀ, ਕੀ ਕਹਿੰਦੇ ਹੋ? ਵੈਸੇ ਹੈ ਤਾਂ ਹਾਸਾ ਠੱਠਾ ਹੀ ਹੈ। ਅਸਲ ਦੇ ਵਿੱਚ ਸਭ ਤੋਂ ਬੜਾ ਕੁਐਸਚਨ ਜਿਹੜਾ ਇਹਦੇ 'ਚ ਸੀਰੀਅਸ ਹੈ, ਇਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਕੱਦ ਜਿਸ ਢੰਗ ਦਾ ਨੀਰਾ। ਜਿਵੇਂ ਉਹ ਮੋਦੀ ਸਾਹਿਬ ਦੀ ਵੀ ਗੱਲ ਕੀਤੀ ਤੇ ਉਹਨਾਂ ਨੇ ਨੋਟਿਸ ਤੱਕ ਨਹੀਂ ਲਿਆ ਸੀ ਮੋਦੀ ਦਾ ਉਸ ਮਾਮਲੇ ਦੇ ਵਿੱਚ, ਕਿਉਂਕਿ ਪ੍ਰਧਾਨ ਮੰਤਰੀ ਸਾਹਮਣੇ ਤਾਂ ਨਤਮਸਤਕ ਹੈ ਹੀ ਹੈ, ਉਹ ਚੀਫ ਮਿਨਿਸਟਰ ਸਾਹਮਣੇ ਵੀ ਹੋ ਜਾਏਗਾ। ਇਹ ਬਹੁਤ ਉਦੋਂ ਬੜੀ ਗੱਲ ਹੈ। ਜਿਹੜੀਆਂ ਇੰਸਟੀਟਿਊਸ਼ਨਜ਼ ਨੇ ਸਾਡੀਆਂ ਡੈਮੋਕ੍ਰੈਟਿਕ ਇੰਸਟੀਟਿਊਸ਼ਨਜ਼, ਜਿਨ੍ਹਾਂ ਤੇ ਇਹ ਫੇਥ ਕੀਤਾ ਜਾਂਦਾ ਹੈ ਕਿ ਉਹ ਤਾਂ ਘੱਟੋ ਘੱਟ ਇੰਡੀਪੈਂਡੈਂਟ ਰੋਲ ਨਿਭਾਉਣਗੀਆਂ, ਜਮਹੂਰੀਅਤ ਨੂੰ ਬਚਾ ਕੇ ਰੱਖਣਗੀਆਂ, ਇਹ ਉਹਨਾਂ ਤੇ ਬਹੁਤ ਬੜਾ ਕੁਐਸਚਨ ਹੈ। ਕਿਉਂਕਿ ਜਦ ਵੀ ਕੋਈ ਇਲੈਕਸ਼ਨ ਹੋ ਰਹੀ ਹੁੰਦੀ ਹੈ ਤਾਂ ਨਾਰਮਲੀ ਕੋਡ ਲੱਗਣ ਤੋਂ ਲੈ ਕੇ ਖਤਮ ਹੋਣ ਤੱਕ ਐਡਮਿਨਿਸਟ੍ਰੇਸ਼ਨ ਦਾ ਢਾਂਚਾ ਇਲੈਕਸ਼ਨ ਕਮਿਸ਼ਨ ਕੋਲ ਟਰਾਂਸਫਰ ਹੋ ਜਾਂਦਾ। ਜਿਹੜੇ ਬੰਦੇ ਵੀ ਡਿਊਟੀ ਤੇ ਨੇ, ਜਿਨ੍ਹਾਂ ਦੀ ਜ਼ਿੰਮੇਵਾਰੀ ਆ ਉਹਨਾਂ ਦੀ ਟਰਾਂਸਫਰ ਕਰਨਾ, ਉਹਨਾਂ ਖਿਲਾਫ ਮੁਕੱਦਮਾ ਦਰਜ ਕਰਾਉਣ ਦੀ ਕੋਈ ਗੱਲ ਕਰਨਾ, ਇਹ ਸਾਰਾ ਕੁਝ ਉਹਦੇ ਕੋਲ ਹੁੰਦਾ ਜੀ। ਹੁਣ ਜ਼ਿਲ੍ਹੇ ਦਾ ਕਿਹਦੇ ਕੋਲ ਹੈ? ਜ਼ਿਲ੍ਹੇ ਦਾ ਜਿਹੜਾ ਇਹ ਮਾਮਲਾ ਹੈ, ਲੋਕ ਸਭਾ ਦੀ ਇਲੈਕਸ਼ਨ ਹੈ, ਡਿਪਟੀ ਕਮਿਸ਼ਨਰ ਆਰਓ ਹੈ, ਰਿਟਰਨਿੰਗ ਅਫਸਰ ਹੈ ਸੀਟ ਦਾ ਉਸ ਸਾਰੇ ਮਾਮਲੇ ਦੇ ਵਿੱਚ, ਜਿਹੜਾ ਕਿ ਸਟੀਲ ਫਰੇਮ ਚੋਂ ਆਉਂਦਾ, ਕਹਿੰਦੇ ਨੇ ਕਿ ਉਸ ਲੈਵਲ ਤੇ ਜਿਹੜਾ ਬੈਠਾ ਇੱਥੇ ਇੱਕ ਚੀਫ ਇਲੈਕਟੋਰਲ ਅਫਸਰ ਬੈਠਦਾ ਹੈ, ਉਹ ਵੀ ਸੀਨੀਅਰ ਆਈਐਸ ਅਫਸਰਾਂ ਚੋਂ ਹੀ ਹੁੰਦਾ ਹੈ, ਜਿਹੜਾ ਸਟੇਟ ਨੂੰ ਦੇਖਦਾ ਹੈ ਗਵਰਨਮੈਂਟ ਆਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਤਰਫ ਤੋਂ। ਤਾਂ ਉਹ ਖਾਮੋਸ਼ ਕਿਉਂ ਨੇ ਇਹ ਸਾਰੇ ਮਾਮਲਿਆਂ ਦੇ ਪ੍ਰਤੀ? ਇਹ ਅਜੇ ਤੱਕ ਤਾਂ ਕੋਡ ਲੱਗਿਆ, ਜੇ ਗਿਣਤੀ ਹੋਣੀ ਹੈ, ਇਹ ਕਿਸੇ ਉਹਦਾ ਸਵਾਲ ਨਹੀਂ ਹੈ। ਔਰ ਉਹਨਾਂ ਦੀ ਹਦਾਇਤ ਕੋਈ ਕਿਉਂ ਨਹੀਂ, ਕੋਈ ਇੰਡੀਪੈਂਡੈਂਟ ਜਾਂਚ ਦੀ ਗੱਲ ਕਿਉਂ ਨਹੀਂ ਕਿ ਕਰਾ ਕੇ ਉਦੋਂ ਬਾਅਦ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ? ਔਰ ਉਹ ਇੱਕ ਬਿਆਨ ਦਿੰਦੇ ਨੇ ਸਭ ਕੁਝ ਪੀਸਫੁਲ ਹੋਇਆ, ਹੁੰਦਾ ਤਾਂ ਪੀਸਫੁਲ ਹੀ ਹੈ। ਜੋ ਪੀਸਫੁਲ ਤਾਂ ਸਾਰੀਆਂ ਵੋਟਾਂ ਵੀ ਉੱਥੇ ਜਾ ਕੇ ਪੈ ਜਾਂਦੇ। ਪੀਸਫੁਲ ਦਾ ਮਤਲਬ ਹੈ ਡਰਾ ਧਮਕਾ ਕੇ ਤੁਸੀਂ ਉੱਥੇ ਜਿੰਨੀਆਂ ਮਰਜ਼ੀ ਵੋਟਾਂ ਜਾਲੀ ਪਵਾ ਲਓ ਤਾਂ ਵੀ ਪੀਸਫੁਲ ਰਹੂਗਾ। ਅਸੀਂ
ਹੋ ਹੱਲੇ ਨੂੰ, ਅਸੀਂ ਖੂਨ ਵਗਦੇ ਨੂੰ, ਅਸੀਂ ਗੋਲੀ ਚੱਲਣ ਨੂੰ ਕਹਿੰਦੇ ਆ ਵੀ ਪੀਸਫੁਲ ਨਹੀਂ ਹੈ। ਬਾਕੀ ਤਾਂ ਫਿਰ ਪੀਸਫੁਲ ਹੈ। ਪੀਸਫੁਲ ਦਾ ਮਤਲਬ ਇਹ ਥੋੜੀ ਹੁੰਦਾ ਵੀ ਉੱਥੇ ਕੋਈ ਜਸਟਿਸ ਵੀ ਹੋਇਆ, ਕੋਈ ਇਨਸਾਫ ਵੀ ਹੋਇਆ। ਸਭ ਤੋਂ ਪਹਿਲਾ ਕੁਐਸਚਨ ਇਹ ਆਨਸ ਆਉਂਦਾ ਇਲੈਕਸ਼ਨ ਕਮਿਸ਼ਨ ਤੇ ਉਹਦੇ ਅਧਿਕਾਰੀਆਂ ਤੇ, ਬੀਇੰਗ ਏ ਰਿਟਰਨਿੰਗ ਅਫਸਰ ਡਿਪਟੀ ਕਮਿਸ਼ਨਰ ਜਲੰਧਰ ਤੇ ਬੀਇੰਗ ਏ ਸਟੇਟ ਦੇ ਇੰਚਾਰਜ ਜਿਹੜੇ ਵੀ ਇੱਥੇ ਇਲੈਕਟੋਰਲ ਅਧਿਕਾਰੀ ਅਫਸਰ ਨੇ ਮੇਨ, ਉਹਨਾਂ ਦੇ ਉੱਤੇ ਇਹਨਾਂ ਸਾਰੀਆਂ ਗੱਲਾਂ ਨੂੰ ਬਾਚਣ ਦਾ। ਦੂਜੀ ਗੱਲ ਆਉਂਦੀ ਹੈ ਫਿਰ ਸੱਤਾ ਤੇ, ਜਿਹੜੀ ਸੱਤਾ ਦਾ ਦਿਮਾਗ ਇਸ ਲੈਵਲ ਤੇ ਕਦੇ ਚੱਲਦਾ ਹੈ। ਹੁਣ ਪੁਲਿਸ ਦੀ ਇਬਾਰਤ ਜਿਹੜੀ ਹੈ ਪੰਜਾਬ 'ਚ ਸਭ ਨੂੰ ਪਤਾ, ਪੁਲਿਸ ਸੱਚ ਵੀ ਬੋਲੇ ਨਾ, ਇਹ ਤਾਂ ਸੱਚ ਹੁੰਦਾ ਹੀ ਨਹੀਂ। ਜਿੰਨੀਆਂ FIR ਸਧਾਰਨ ਬੰਦਿਆਂ ਤੇ ਵੀ ਹੁੰਦੀਆਂ ਨੇ, ਉਹ ਲਿਖਿਆ ਹੋਇਆ ਪ੍ਰਫਾਰਮਾ ਹੁੰਦਾ, ਉਹਦੇ ਵਿੱਚ ਖਾਲੀ ਥਾਂ ਭਰਦੇ ਨੇ, ਨਾਮ ਅਲੱਗ-ਅਲੱਗ ਪੁੱਛਦੇ ਨੇ। ਹੁਣ ਇਸੇ ਪ੍ਰਫਾਰਮੇ 'ਚ ਕੋਈ ਬੰਦਾ ਵੀ ਨਹੀਂ ਹੋਰ ਲੱਭਿਆ, ਬੰਦਾ ਵੀ ਉਹਦਾ ਹੀ ਸਟਾਫ ਮੈਂਬਰ ਹੈ। ਉਹ ਕਹਿੰਦੇ ਗਗਨਦੀਪ ਅਰੋੜਾ ਜੀ, ਮੈਂ ਪ੍ਰਾਈਵੇਟ ਡਰਾਈਵਰ ਹਾਂ MLA ਸਾਹਿਬ ਦਾ। ਪ੍ਰਾਈਵੇਟ ਡਰਾਈਵਰ ਵੀ ਕਿੱਥੇ ਆ? ਜਿਹੜੀ ਸਿਕਿਉਰਿਟੀ ਦੀ ਜਿਪਸੀ ਚੱਲ ਰਹੀ ਆ ਉਹਦਾ ਡਰਾਈਵਰ ਬਣਿਆ ਹੋਇਆ, ਉਹਦਾ ਪ੍ਰਾਈਵੇਟ ਡਰਾਈਵਰ ਕਿਉਂ ਹੈ ਜੀ? ਪਹਿਲੀ ਗੱਲ ਤਾਂ ਜਿਹੜੀ ਜਿਪਸੀ ਹੈ ਜੇ ਸਿਕਿਉਰਿਟੀ ਦਿੱਤੀ ਹੋਈ ਹੈ, MLA ਦਾ ਪ੍ਰਾਈਵੇਟ ਡਰਾਈਵਰ MLA ਦੀ ਕਾਰ ਚਲਾਏ, ਸਿਕਿਉਰਿਟੀ ਦਾ ਜਿਪਸੀ ਚਲਾਉਣ ਦਾ ਪਹਿਲੀ ਗੱਲ ਤਾਂ ਰਾਈਟ ਕੀ ਹੈ? ਉਹਨੂੰ ਕਿਉਂ ਚਲਾ ਰਿਹਾ ਉਹ? ਤੇ ਕੱਲ ਨੂੰ ਕੋਈ ਐਕਸੀਡੈਂਟ, ਕੋਈ ਇੱਧਰ ਉੱਧਰ ਹੋ ਗਿਆ, ਆਥੋਰਾਈਜ਼ ਡਰਾਈਵਰ ਨਹੀਂ ਹੈ ਉਸ ਸਿਕਿਉਰਿਟੀ ਦੇ ਸਾਰੇ ਮਾਮਲੇ ਦੇ ਵਿੱਚ। ਦੂਜੀ ਗੱਲ, ਉੱਥੇ ਜਿੱਥੇ ਜਾ ਕੇ ਤੁਸੀਂ ਕਹਿ ਰਹੇ ਹੋ ਕਿ ਇੱਧਰ ਦੀ ਚੱਲੇ, ਇੱਥੇ ਜਾਮ ਲੱਗਿਆ ਹੋਇਆ ਸੀ, ਉਹ ਜਾਮ ਦੀਆਂ ਫੋਟੋਆਂ ਹੀ ਦਿਖਾਉਂਦੇ ਲੋਕਾਂ ਨੂੰ, ਬਥੇਰਾ ਤੁਹਾਡੇ ਕੋਲ ਪੈਰਾਫਰਨੇਲੀ ਹੈ। ਫਿਰ ਤੁਹਾਨੂੰ ਉਹ 13 ਬੰਦਿਆਂ ਦੇ ਨਾਮ ਤੁਰੰਤ ਕਿਵੇਂ ਪਤਾ ਲੱਗ ਗਿਆ? ਤੁਸੀਂ ਤਾਂ ਸਾਰੇ ਹੀ ਬਾਹਰ ਲਿਓ ਸਮੇਤ MLA। ਠੀਕ ਹੈ, ਹਰਦੇਵ ਸਿੰਘ ਲਾਡੀ MLA ਪਛਾਣ ਚ ਆ ਗਿਆ ਹੋਊਗਾ ਕਿ ਜੀ ਨੋਨ ਆਦਮੀ ਹੈ ਉਸ ਲੈਵਲ ਤੇ। ਬਾਕੀ 12 ਬੰਦਿਆਂ ਦੇ ਨਾਮ, ਉਹਨਾਂ ਦਾ ਪਿਤਾ ਦਾ ਨਾਮ, ਉਹਨਾਂ ਦਾ ਬਾਕੀ ਦਾ ਨਾਮ, ਤੁਸੀਂ ਜੰਡਿਆਲਾ ਗੁਰੂ ਦੇ ਰਹਿਣ ਵਾਲੇ ਹੋ, ਤੁਸੀਂ ਤਾਂ ਸ਼ਾਹਕੋਟ ਨਾਲ ਲਾਗਾ ਦੇਗਾ ਨਹੀਂ ਹੈ। ਉਹ 13 ਬੰਦਿਆਂ ਦੇ ਨਾਮ ਕਿੱਥੋਂ ਆ ਗਏ? ਕਿਹਨੇ ਦੱਸੇ? ਲੋਕਲ ਪੁਲਿਸ ਦੇ ਥਾਣੇ ਨੇ, ਉਹਨਾਂ ਨੂੰ ਕਿਹਾ ਹੋਊਗਾ ਜਾ ਕੇ ਦੇਖੋ 10-15 ਨਾਮ ਜਿਹੜੇ ਹੈਗੇ ਨੇ ਉਹ ਉਸ ਲੈਵਲ ਦੇ ਵਿੱਚ ਪਾ ਲਓ ਕਿਸੇ ਨਾ ਕਿਸੇ ਤਰ੍ਹਾਂ, ਜਿਹੜੇ ਬਾਕੀ ਦੀਆਂ ਗੱਲਾਂ ਨੇ। ਲੋਕਲ ਕੋਈ ਗਵਾਹ ਨਹੀਂ ਤੁਹਾਡੇ ਕੋਲ, ਤੁਸੀਂ ਆਪ ਹੀ ਸ਼ਿਕਾਇਤ ਕਰਤਾ। ਲੋਕਲ ਗਵਾਹ ਵੀ ਪੁਲਿਸ ਵਾਲਾ ਹੌਲਦਾਰ ਹੈ ਤੇ ਜਿਹੜਾ ਉੱਥੇ ਬੈਠਾ ਬਾਕੀ ਦੀਆਂ ਚੀਜ਼ਾਂ ਦੇ ਵਿੱਚ ਆ ਰਿਹਾ, ਉਹਨੂੰ ਮੰਨੇਗਾ ਕੌਣ? ਪਹਿਲੀ ਗੱਲ ਤਾਂ ਮਤਲਬ ਪ੍ਰਾਈਮਾ ਫੇਸੀ ਇਹ ਲੱਗਦਾ ਕਿ ਮੰਨਣ ਵਾਲੀ ਗੱਲ ਕੀ ਹੈ ਜਿਹੜਾ ਦਿਖਾਈ ਦੇ ਰਿਹਾ। ਕੱਲ ਤਾਂ ਸਾਰੇ ਲੋਕਾਂ ਨੇ ਦੇਖਿਆ ਕਿ ਜਿਵੇਂ MLA ਫੜਿਆ ਜਾ ਕੇ ਜਿਸ ਤਰੀਕੇ ਨਾਲ ਉਹ ਜਾ ਰਿਹਾ ਸੀ, ਇੱਕ ਹੋਰ ਮੋਟਰਸਾਈਕਲ ਤੇ ਭੱਜਦਾ ਦੇਖਿਆ, ਇੱਕ ਹੋਰ ਬੰਦੇ ਬੀਜ ਲੈਣ ਆ ਗਏ। ਇਹ ਸਾਰੀਆਂ ਗੱਲਾਂ ਨੂੰ ਕਿਵੇਂ ਮਤਲਬ ਕੋਈ ਕਵਰ ਅਪ ਕਰੇਗਾ ਕਿਸੇ ਤਰੀਕੇ ਦੇ ਨਾਲ? ਇਹ ਗੱਲਾਂ ਐਡਾ ਜੱਗਰ ਤਰੀਕੇ ਦਾ ਕਾਨੂੰਨ ਦੀ ਵਾਇਲੇਸ਼ਨ, ਪ੍ਰਸ਼ਾਸਨ ਦੀ ਦੁਰਵਰਤੋਂ ਜੇ ਐਡੇ ਵੱਡੇ ਪੱਧਰ ਤੇ ਹੋਣੀ ਹੈ ਤਾਂ ਬਦਲਾਅ ਵਾਲੀ ਪਾਰਟੀ ਜਿਹੜੀ ਸਰਕਾਰ ਚਾਹੀਏ, ਮੈਨੂੰ ਲੱਗਦਾ ਲੋਕ ਇਹੋ ਜਿਹੇ ਬਦਲਾਅ ਤੋਂ ਤਾਂ ਤੋਬਾ ਕਰ ਰਹੇ ਨੇ। ਇਹੋ ਜਿਹਾ ਬਦਲਾਅ ਤਾਂ ਨਹੀਂ ਚਾਹੀਦਾ। ਐ ਨਹੀਂ ਕਿ ਦੂਜੀਆਂ ਪਾਰਟੀਆਂ, ਕਈ ਸੱਜਣ ਕਹਿੰਦੇ ਨੇ ਪੁਰਾਣੀਆਂ ਪਾਰਟੀਆਂ ਵੀ ਕਰਦੀਆਂ ਰਹੀਆਂ। ਭਾਈ ਸਾਹਿਬ ਉਹ ਪੁਰਾਣੀਆਂ ਕਰਦੀਆਂ ਰਹੀਆਂ, ਇਸੇ ਲਈ ਲੋਕਾਂ ਚ ਨਫ਼ਰਤ ਦਾ ਪਾਤਰ ਬਣ ਗਈਆਂ। ਇਸੇ ਕਰਕੇ ਉੱਥੇ ਗਈਆਂ ਨੇ ਜਾ ਕੇ 92 ਸੀਟਾਂ ਤੁਹਾਨੂੰ ਤਾਂ ਮਿਲੀਆਂ ਸੀ। ਫਿਰ ਜੇ ਤੁਸੀਂ ਇਹੀ ਗੱਲ ਪਾਉਂਦੇ ਵੀ ਉਹਨੇ ਵੀ ਐ ਕੀਤਾ ਮੈਂ ਵੀ ਐ ਕਰੂੰਗਾ, ਫਿਰ ਫਰਕ ਕੀ ਹੈ? ਤੁਸੀਂ ਉਦੋਂ ਵੀ ਵੱਧ ਕਰੋਗੇ ਉਹਦੇ ਵੀ ਮਾਮਲੇ ਦੇ ਨਾਲ। ਇਸ ਲਈ ਇਹ ਪੁਲਿਸ ਰਾਜ ਮਤ ਬਣਾਓ ਇਸ ਸਿਸਟਮ ਨੂੰ। ਪ੍ਰਸ਼ਾਸਨ ਦੀ ਰੀੜ ਦੀ ਹੱਡੀ, ਜਿਹਦੇ ਕੋਲ ਫਾਈਲ ਤੇ ਲਿਖਣ ਦਾ ਰਾਈਟ ਹੈ, ਕੋਈ ਅਫਸਰ ਤਾਂ ਖੜਾ ਹੋਵੇ ਨਾ ਕਿ ਮੈਂ ਨਹੀਂ ਜੀ ਇਹ ਗਲਤ ਕੰਮ ਕਰਦਾ, ਮੇਰੀ ਤੁਸੀਂ ਟ੍ਰਾਂਸਫਰ ਕਰੋ, ਮੈਨੂੰ ਤੁਸੀਂ ਬਦਲੋ। ਇਹ ਉਹਨਾਂ ਤੇ ਵੀ ਤਾਂ ਉੱਡੀ ਉਹ ਗੱਲ ਹੈ ਨਾ ਪ੍ਰਸ਼ਾਸਨਿਕ ਤੰਤਰ ਤੇ। ਤਾਂ ਪ੍ਰਸ਼ਾਸਨਿਕ ਤੰਤਰ ਦੀ ਗੱਲ ਲੋਕ ਕਿਵੇਂ ਸੁਣਨਗੇ, ਕਿਉਂ ਮੰਨਣਗੇ? ਕੱਲ ਨੂੰ ਜਾ ਕੇ ਕੋਈ SSP ਭੀੜ 'ਚ ਜਾ ਕੇ, ਮੁਜ਼ਾਹਰੇ ਦੇ ਵਿੱਚ ਜਾ ਕੇ ਲੋਕਾਂ ਨੂੰ ਯਕੀਨ ਦਿਵਾਏਗਾ ਕਿ ਮੇਰੇ ਤੇ ਛੱਡੋ ਮੈਂ ਜਾਂਚ ਕਰੂੰਗਾ, ਮੈਨੂੰ ਟਾਈਮ ਦੇ ਦਿਓ, ਤਾਂ ਲੋਕਾਂ ਕੋਲ 100 ਚੀਜ਼ਾਂ ਹੋਣਗੀਆਂ। ਭਾਈ ਤੁਸੀਂ ਉੱਥੇ ਹੀ ਸੀਗੇ ਜਦੋਂ ਜਾਲੀ ਪਬਲਿਕਲੀ ਪਰਚੇ ਦਰਜ ਹੋ ਰਹੇ ਸੀ, ਤੇ DC ਕੋਈ ਜਾ ਕੇ ਕਹੂਗਾ ਤਾਂ ਕਿਉਂ ਸੁਣਨਗੇ ਲੋਕ ਕਿ ਤੂੰ ਸਟੈਂਡ ਲਏਗਾ ਕਿ ਨਹੀਂ ਲਏਗਾ, ਜਦ ਬੌਸ ਦਾ ਹੁਕਮ ਆ ਜਾਏਗਾ ਤੂੰ ਮੰਨ ਲਏਗਾ। ਇਹ ਗੱਲ ਸਹੇ ਦੀ ਨਹੀਂ, ਗੱਲ ਪੈਸੇ ਦੀ ਹੈ। ਗੱਲ ਅਸੀਂ ਜਿਹੋ ਜਿਹਾ ਸੱਭਿਆਚਾਰ, ਪੋਲੀਟੀਕਲ ਸੱਭਿਆਚਾਰ ਸਿਰਜ ਰਹੇ ਹਾਂ, ਜਿਹੋ ਜਿਹਾ ਪ੍ਰਸ਼ਾਸਨਿਕ ਸਰੈਂਡਰ ਪੋਲੀਟੀਕਲ ਧਿਰ ਦੇ ਸਾਹਮਣੇ ਕਰ ਰਹੇ ਹਾਂ, ਇਹ ਪੰਜਾਬ ਲਈ ਬਹੁਤ ਖਤਰਨਾਕ ਹੈ। ਇਹ ਅਨਾਰਕੀ ਵੱਲ ਲਿਜਾਣ ਵਾਲਾ ਕਦਮ ਹੋਏਗਾ। ਫਿਰ ਜਿਹਦਾ ਤਕੜਾ ਹੋਏਗਾ, ਤਕੜੇ ਦਾ 70-20 ਹੋਏਗਾ, ਉਹ ਕਰ ਲਿਆ ਕਰੂਗਾ। ਬਾਕੀ ਬੰਦੇ ਦੀ ਸੁਣਵਾਈ ਕਿਤੇ ਨਹੀਂ ਹੋਏਗੀ ਕਿਸੇ ਵੀ ਰੂਪ ਦੇ ਵਿੱਚ। ਔਰ ਆਪੋਜੀਸ਼ਨ ਪਾਰਟੀਆਂ ਦਾ ਵੀ ਇਹਦੇ ਚ ਦਿਵਾਲੀ ਹੈ। ਉਹ ਇੱਕ ਟਵੀਟ ਕਰਤਾ ਕਿਸੇ ਨੇ, ਸਾਡੇ ਤੇ ਬਹੁਤ ਜਾਤੀ ਹੋ ਰਹੀ ਹੈ, ਕਿਸੇ ਨੇ ਜਾ ਕੇ ਇਹ ਕਰਤਾ, ਕੋਈ ਅੱਜ ਹੀ ਜਾਮ ਲਾ ਦਿੰਦੇ, DC ਦਾ ਘਰ ਘੇਰ ਲੈਂਦੇ, ਘੱਟੋ ਘੱਟ ਆਫਿਸ ਘੇਰ ਲੈਂਦੇ ਕਿ ਮਾਮਲਾ ਕਿਵੇਂ ਹੈ, ਕਿਸੇ SSP ਦਾ ਘਰਾਓ ਕਰ ਲੈਂਦੇ, ਦਫ਼ਤਰ ਦਾ ਅੱਜ ਹੀ ਬੈਠੇ ਹੁੰਦੇ ਉਹਦੇ ਆਲੇ ਦੁਆਲੇ ਕਿ ਗਲਤ ਪਰਚਾ ਵਿਡਰਾ ਕਰੋ। ਜੇ ਉਹ ਜਨਤਕ ਲੜਾਈ ਤੁਹਾਡੇ ਵਿੱਚ ਵੀ ਦਮਖਮ ਨਹੀਂ ਹੈ ਤਾਂ ਤੁਸੀਂ ਡੈਮੋਕ੍ਰੇਸੀ ਦੀ ਲੜਾਈ ਲੜਨ ਦੀ ਇਕੱਲੀ ਚੋਣ ਹੈ, ਲੜ ਲਿਆ ਕਰੋ ਕਦੇ ਨਾ ਕਦੇ। ਇਹ ਪਰਚੇ 'ਚ ਵੀ ਕੁਝ ਨਹੀਂ ਹੋਣਾ, ਕੋਈ ਫਰਕ ਨਹੀਂ ਪੈਣਾ। ਪਰ ਗੱਲ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਤਰੀਕਿਆਂ ਦੀ ਜੀ
ਸਵਾਲ ਤਾਂ ਇਹ ਵੀ ਹੈ ਕਿ ਐਮਐਲਏ ਨੂੰ ਜਿਪਸੀ ਕਦੋਂ ਦੀ ਮਿਲਣ ਲੱਗੀ। ਮੇਰੀ ਤਾਂ ਜਿੰਨੀ ਕੁ ਜਾਣਕਾਰੀ ਉਹਦੇ ਵਿੱਚ ਤਾਂ ਇੱਕ ਇਨੋਵਾ ਕਾਰ ਦਿੰਦੇ ਆ ਤੇ ਉਹਦੇ ਵਿੱਚ ਹੀ ਜਿੰਨੇ ਗਨਮੈਨ ਵੀ ਉਹਦੇ 'ਚ ਹੀ ਟਰੈਵਲ ਕਰਦੇ ਆ। ਜੇ ਹੁਣ ਸਕਾਟਸ ਜਿਪਸੀ ਦੇ ਰੂਪ ਦੇ ਵਿੱਚ ਐਮਐਲਏ ਨੂੰ ਵੀ ਮਿਲਣ ਲੱਗੀਆਂ ਤਾਂ ਫਿਰ ਤਾਂ ਸਰਕਾਰੀ ਖਰਚਾ ਬਚਤ ਨਹੀਂ, ਇਹ ਤਾਂ ਕਈ ਗੁਣਾ ਵੱਧ ਜਾਊਗਾ। ਉਂਝ ਐਕਚੁਅਲੀ ਪੰਜਾਬ ਦੇ ਵਿੱਚ ਕੋਈ ਵਹੀਕਲ ਮਿਲਦਾ ਹੀ ਨਹੀਂ। ਇਹ ਸਿਕਿਉਰਿਟੀ ਵਹੀਕਲ ਨੇ, ਇਹ ਵੀ ਮਿਲੀਟੈਂਸੀ ਵੇਲੇ ਦਾ ਇੱਕ ਗਲਤ ਤਰੀਕੇ ਦੇ ਰਾਹੀਂ ਚੁਣਿਆ ਗਿਆ ਚੀਜ਼ ਸੀ। ਔਰ ਜਿਹੜੇ ਤਾਂ ਵੱਡੇ ਅਮੀਰ ਐਮਐਲਏ ਨੇ ਉਹਨਾਂ ਕੋਲ ਤਾਂ ਆਪਦੀਆਂ ਵੱਡੀਆਂ ਗੱਡੀਆਂ ਨੇ ਤੇ ਜਿਪਸੀ ਪਿੱਛੇ ਲਾ ਦਿੰਦੇ ਨੇ, ਜਿਪਸੀ ਨੂੰ ਉਸ ਕੰਮ ਤੇ ਲੈਂਦੇ ਨੇ। ਜਿਹੜੇ ਥੋੜੇ ਜਿਹੇ ਹੇਠਲੇ ਲੈਵਲ ਦੇ ਨੇ ਜਿਨ੍ਹਾਂ ਤੋਂ ਆਪ ਨਹੀਂ ਖਰੀਦੀ ਜਾਂਦੀ ਵੱਡੀ ਗੱਡੀ, ਉਹ ਵਿਚਾਰਾ ਦੋਨੇ ਕੰਮ ਇੱਕ 'ਚ ਕਰ ਲੈਂਦਾ। ਤਾਂ ਹੌਲੀ ਹੌਲੀ ਪਾ ਕੇ ਇਹਨਾਂ ਨੇ ਇਨੋਵਾ ਦਾ ਕਲਚਰ ਸਟਾਰਟ ਕਰ ਲਿਆ ਤੇ ਦੂਜਾ ਆਪਦਾ ਜਿਪਸੀ ਦਾ ਕਲਚਰ ਸਟਾਰਟ ਰੱਖਦਾ। ਦੋਨਾਂ ਦੇ ਵਿੱਚੋਂ ਇਹ 'ਚ ਵੀ ਇੱਕ ਕਲਾਸ ਦਿਖਾਈ ਦਿੰਦੀ ਆ ਪੂਰੀ ਤਰ੍ਹਾਂ, ਇੱਕ ਡਿਵਾਈਡਡ। ਜਿਹਦੀ ਮੂਹਰੇ ਫਾਰਚੂਨਰ ਚੱਲਦੀ ਹੋਵੇ ਉਹਨੂੰ ਜਿਪਸੀ 'ਚ ਟਾਵਰ ਹੈ ਪਿੱਛੇ ਆਉਂਦੀ ਰਹਿੰਦੀ ਹੈ, ਕੋਈ ਫਰਕ ਨਹੀਂ ਪੈਂਦਾ। ਇਹ ਵੀ ਸਵਾਲ ਹੈ ਨਾ ਕਈ ਵਾਰੀ ਹੁਣ, ਕਿਉਂਕਿ ਗਨਮੈਨ ਤਾਂ ਨਾਲ ਹੀ ਟਰੈਵਲ ਕਰਨਗੇ ਸਰਕਾਰੀ ਇਨੋਵਾ 'ਚ, ਪਰ ਕਈਆਂ ਨੇ ਜਿਪਸੀ ਆਪਣੀ ਲੈ ਕੇ ਨਾਲ ਡਰਾਈਵਰ ਦਿੱਤੇ ਹੁੰਦੇ ਆ ਤੇ ਗਨਮੈਨ ਉਹਦੇ 'ਚ ਵਿਚਾਰੇ ਸਾਰੇ ਬਿਠਾ ਦਿੰਦੇ ਆ ਤੇ ਆਪ ਮਜੇ ਨਾਲ ਸਰਦਾਰੀ ਨਾਲ ਲੱਤ ਤੇ ਲੱਤ ਰੱਖੀ ਹੁੰਦੀ ਤੇ ਮੁੱਛਾਂ ਤੇ ਹੱਥ ਹੁੰਦਾ। ਖੈਰ ਆਪਾਂ ਕੌਣ ਹੁੰਨੇ ਇਹ ਗੱਲਾਂ ਕਰਨ ਵਾਲੇ, ਐਮਐਲਏ ਬਣਨਾ ਸੌਖਾ ਪਿਆ, ਜਿਹੜੇ ਬਣ ਨਹੀਂ ਸਕਦੇ ਸਾਡੇ ਵਰਗੇ ਉਹ ਗੱਲਾਂ ਕਰਦੇ। ਸਰਦਾਰ ਜਗਤਾਰ ਸਿੰਘ ਜੀ, ਦੋ ਮੁੱਦੇ ਨੇ। ਇੱਕ ਮੁੱਦਾ ਤਾਂ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਕਾਇਮ ਮਕਾਮ ਪ੍ਰਧਾਨ ਮਹੰਤ ਕਰਮਜੀਤ ਸਿੰਘ ਖੱਟੜ ਹਰਿਆਣੇ ਦੇ ਮੁੱਖ ਮੰਤਰੀ, ਉਹਨਾਂ ਦੇ ਪੈਰੀਂ ਹੱਥ ਲਾਉਂਦੇ ਕੈਮਰੇ ਤੇ ਫੜੇ ਗਏ। ਇਹ ਰੌਲਾ ਪਿਆ ਹੋਇਆ। ਮੈਨੂੰ ਨਹੀਂ ਪਤਾ ਵੀ ਕਿਸੇ ਨੇ ਐਡਿਟ ਤਾਂ ਨਾ ਕੀਤੀ ਫੋਟੋ। ਵੈਸੇ ਆਮ ਪ੍ਰਧਾਨ ਨੂੰ ਹੱਥ ਲਾਉਣਾ ਕਿਉਂ ਚਾਹੀਦਾ, ਜੇ ਲਾਇਆ ਕਿਹੜੀ ਸ਼ਰਧਾ 'ਚ ਲਾਤਾ ਪਤਾ ਨਹੀਂ, ਅਹੁਦਾ ਦੇਣ ਦੀ ਸ਼ਰਧਾ 'ਚ ਕੀ ਹੈ। ਸਾਡੇ ਇੱਧਰ ਸੁਖਬੀਰ ਬਾਦਲ ਵੀ ਕਲਪੇ ਪਏ ਆ ਵੀ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ, ਤੇ ਉਹ ਲਵਾਉਣ ਵਾਲੇ ਵੀ ਉਹੋ ਜਿਹੇ। ਇੱਕ ਤਾਂ ਇਹ ਮੁੱਦਾ, ਤੇ ਦੂਜਾ ਮੁੱਦਾ ਪਰਮਜੀਤ ਸਿੰਘ ਪੰਜਵੜ ਜਿਨ੍ਹਾਂ ਦਾ ਕਤਲ ਹੁੰਦਾ ਪਾਕਿਸਤਾਨ ਦੇ ਵਿੱਚ, ਉਹਨਾਂ ਦੀ ਲਾਸ਼ ਨਹੀਂ ਇੱਧਰ ਆਈ, ਲਾਸ਼ ਸੰਸਕਾਰ ਉੱਥੇ ਹੀ ਹੋਇਆ, ਭੋਗ ਇੱਥੇ ਪੈਂਦਾ। ਇਹ ਦੋ ਮਾਮਲਿਆਂ ਨੂੰ ਥੋੜਾ ਜਿਹਾ ਅੱਗੇ ਵਧਾ ਦਿਓ। ਜਿਹੜਾ ਪੈਰੀ ਹੱਥ ਲਾਉਣ ਦਾ ਮੁੱਦਾ ਹੈ ਮਹੰਤ ਕਰਮਜੀਤ ਸਿੰਘ, ਇਹ ਆਪਾਂ ਜੇ ਥੋੜਾ ਜਿਹਾ ਬ੍ਰੌਡਰ ਪੱਖ ਦੇਖੀਏ, ਪਹਿਲੀ ਗੱਲ ਤਾਂ ਇਹ ਕਿ ਜਿਹੜਾ ਪੈਰੀ ਹੱਥ ਲਾਉਣਾ, ਇਹਨੂੰ ਸਮਝ ਹੀ ਨਹੀਂ ਮਹੰਤ ਨੂੰ ਕਿ ਜਿਹੜਾ ਇਹ ਉਹਦੇ ਕੋਲੇ ਅਹੁਦਾ ਹੈ ਇਹਦੀ ਮਹੱਤਤਾ ਕੀ ਹੈ। ਜਿਹੜਾ ਇਹ ਪ੍ਰਧਾਨਗੀ ਦਾ ਅਹੁਦਾ ਹੈ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ, ਇਹ ਆਪਣੇ ਆਪ ਦੇ ਵਿੱਚ ਭਾਵੇਂ ਪ੍ਰੋਟੋਕੋਲ ਮੈਂ ਦੇ ਉਹਦੇ 'ਚ ਨਹੀਂ ਪੈਂਦਾ, ਰਿਲੀਜੀਅਸ ਪੋਲੀਟੀਕਲ ਲੈਵਲ ਤੇ ਇਹਦੀ ਮਹੱਤਤਾ ਬਹੁਤ ਵੱਡੀ ਹੁੰਦੀ, ਕਿਉਂਕਿ ਇਹ ਜਿਹੜੀਆਂ ਕਮੇਟੀਆਂ ਹੈ ਸਿਰਫ ਗੁਰਦੁਆਰਾ ਮੈਨੇਜਮੈਂਟ ਦੀਆਂ ਕੰਮ ਨਹੀਂ ਕਰਦੀਆਂ, ਇਹਦੇ ਨਾਲ ਸਿੱਖਾਂ ਨੂੰ ਇੱਕ ਆਪਣੀ ਪੋਲੀਟੀਕਲ ਫੋਰਸ ਦੇ ਤੌਰ ਤੇ ਮਰਜ ਹੋਣ ਦਾ ਬਹੁਤ ਵੱਡਾ ਜ਼ਰੀਆ ਮਿਲਦਾ। ਇਹ ਪੁਰਾਣਾ ਜਿਹੜਾ ਐਕਸਪੀਰੀਅੰਸ ਹੈ, ਮੈਂ ਉਹਦੇ ਵਿੱਚੋਂ ਗੱਲ ਕਰ ਰਿਹਾ ਹਾਂ। ਦਿੱਲੀ ਦੇ ਵਿੱਚ ਵੀ ਵਾਪਰਿਆ ਸੀ। ਔਰ ਜਦੋਂ SGPC 1920 'ਚ ਬਣੀ ਹੈ, ਚਲੋ ਐਕਟ ਤਾਂ ਬਾਅਦ ਦੇ ਵਿੱਚ ਬਣਦਾ 25 'ਚ, SGPC ਦਾ 1920 'ਚ ਬਣ ਗਈ ਸੀਗੀ। ਉਹ ਕਮੇਟੀ ਬਣਨ ਦੇ ਨਾਲ ਸਿੱਖਾਂ ਦੀ ਜਿਹੜੀ ਪੋਲੀਟੀਕਲ ਪਾਵਰ ਸੀ, ਉਹ ਸਿੱਖ ਰਾਜ ਖਤਮ ਹੋਣ ਤੋਂ ਬਾਅਦ ਪਹਿਲੀ ਵਾਰੀ ਚੈਨਲਾਈਜ਼ ਹੋਣੀ ਸ਼ੁਰੂ ਹੋਈ ਸੀ। ਉਸ ਤੋਂ ਪਹਿਲਾਂ ਉਹ ਜਿਹੜੀ ਉਹ ਜੋਸ਼ ਸੀ ਸਾਰਾ ਸਿੱਖੀ ਦਾ, ਉਹ ਬਹੁਤ ਘੱਟ ਦੇਖਣ ਨੂੰ ਮਿਲਦਾ ਸੀ। ਸੋ ਮਹੰਤ ਨੂੰ ਇਹ ਦਿਮਾਗ ਦੇ ਵਿੱਚ ਰੱਖਣਾ ਚਾਹੀਦਾ ਸੀਗਾ ਕਿ ਮੈਂ ਜੋ ਕੁਛ ਕਰ ਰਿਹਾ ਹਾਂ ਉਹ ਕਿਸ ਕਪੈਸਿਟੀ 'ਚ ਕਰ ਰਿਹਾ ਹਾਂ। ਹਾਂ, ਜੇ ਮਹੰਤ ਦਾ ਕੋਈ ਪਰਸਨਲ ਕਿਸੇ ਮਨੋਹਰ ਲਾਲ ਖੱਟੜ ਹੋਰਾਂ ਨਾਲ ਕੋਈ ਰਿਸ਼ਤਾ ਨਿੱਜੀ ਹੈ ਤੇ ਉਹਨੂੰ ਪਰਸਨਲ ਰੱਖੋ, ਉਹ ਵੱਖਰੀ ਗੱਲ ਹੈ। ਜਦੋਂ ਪ੍ਰਧਾਨ ਹਰਿਆਣਾ ਕਮੇਟੀ ਦਾ ਹੈ, ਉਹ ਫਿਰ ਪੈਰੀ ਹੱਥ ਨਹੀਂ ਲਾਏਗਾ। ਇਹ ਮੇਰੇ ਖਿਆਲ ਦੇ ਵਿੱਚ, ਤੇ ਇਹਨਾਂ ਨੂੰ ਖੁਦ ਹੀ ਹੁਣ ਰਿਜ਼ਾਈਨ ਕਰ ਦੇਣਾ ਚਾਹੀਦਾ, ਸਿੰਪਲ ਜੀ। ਇਹੋ ਜਿਹੇ ਬੰਦੇ ਨੂੰ ਇਹੋ ਜਿਹੇ ਅਹੁਦੇ ਤੇ ਜਿਹੜਾ ਸੈਂਸਿਟਿਵ ਅਹੁਦਾ ਹੈ ਉਹ ਤੇ ਰਹਿਣ ਦਾ ਹੱਕ ਹੀ ਨਹੀਂ ਹੈ ਜਦੋਂ ਤੁਸੀਂ ਇਸ ਲੈਵਲ ਤੱਕ ਡਿੱਗਦੇ। ਦੂਜੀ ਮੈਂ ਜੇ ਸ਼ੁਰੂ ਕੀਤੀ ਹੈ, ਮੈਂ ਬ੍ਰੌਡਰ ਵੀ ਲੈਵਲ ਤੇ ਗੱਲ ਕਰੂੰਗਾ ਵੀ ਇਹੋ ਜਿਹਾ ਕੁਝ ਕਿਉਂ ਵਾਪਰ ਰਿਹਾ। ਅਸੀਂ ਜਿਹੜੇ ਸਾਡੇ ਇਹ ਸਿੱਖ ਇੰਸਟੀਟਿਊਸ਼ਨਸ ਹੈ, ਇਹਨਾਂ ਦੇ ਵਿੱਚ ਜਿਹੜਾ ਪਿਛਲੇ 20-25 ਸਾਲ ਦੇ ਵਿੱਚ ਜਿਹੜਾ ਨਿਘਾਰ ਆਇਆ ਹੈ ਇਨ ਜਨਰਲ, ਉਹਦੇ ਵਾਸਤੇ ਕੌਣ ਜ਼ਿੰਮੇਦਾਰ ਹੈ। ਤੇ ਮੈਂ ਜੋ ਕੁਛ ਇਹ ਹਰਿਆਣਾ ਦੇ ਵਾਪਰਿਆ, ਮੈਂ ਇਹਨੂੰ ਉਸ ਜਨਰਲ ਨਿਘਾਰ ਦਾ ਹਿੱਸਾ ਮੰਨਦਾ। ਇਹ ਦਿੱਲੀ ਦੇ ਵਿੱਚ ਜਿਹੜੀ ਪ੍ਰਧਾਨਗੀ ਦੀ ਡਾਊਨਗ੍ਰੇਡੇਸ਼ਨ ਹੋਈ ਹੈ, ਉਹ ਵੀ ਲੈ ਲਓ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੀ ਡਿਗ੍ਰੇਡੇਸ਼ਨ, ਉਹ ਵੀ ਲੈ ਲਓ। ਬਾਕੀ ਸਿੱਖ ਸੰਸਥਾਵਾਂ ਦੇ
ਤੇ ਜਿਹੜੇ ਲੋਕ ਬੈਠੇ ਹੈ, ਜਿਹੜੀ ਉਹ ਅਹੁਦੇ ਹੈਗੇ ਆ, ਉਹਨਾਂ ਦੇ ਵਿੱਚ ਵੀ ਜਿਸ ਤਰੀਕੇ ਦਾ ਨਿਗਾਰ ਆਇਆ ਹੈ, ਉਹ ਸਭ ਦੇ ਸਾਹਮਣੇ ਇਹ ਸਿੱਖ ਪੰਥ ਵਾਸਤੇ ਗੰਭੀਰ ਸੋਚ ਦਾ ਵਿਸ਼ਾ ਹੈ ਤੇ ਇਹ ਤੇ ਇੰਟਰੋਸਪੈਕਸ਼ਨ ਹੋਣੀ ਚਾਹੀਦੀ ਹੈ। ਇਹ ਮੈਂ ਇਹਨੂੰ ਇੱਕ ਪਰਸਨਲ ਐਗਜ਼ਾਮਪਲ ਤੋਂ ਬਰਾਡਰ ਇਸ਼ੂ ਤੇ ਲੈ ਕੇ ਜਾ ਰਿਹਾ ਕਿ ਇਹ ਸਾਰੀ ਸਿੱਖ ਕੌਮ ਦਾ ਮਸਲਾ ਹੈ ਤੇ ਇਹਦੇ ਬਾਰੇ ਵਿਚਾਰ ਹੋਣੀ ਚਾਹੀਦੀ। ਹਰ ਬਹੁਤ ਥਾਵਾਂ ਤੇ ਬਹੁਤ ਕੁਝ ਇਹੋ ਜਿਹਾ ਵਾਪਰਿਆ ਜਿਹੜਾ ਨਹੀਂ ਵਾਪਰਨਾ ਚਾਹੀਦਾ। ਜਿਹੜੀਆਂ ਸਿੱਖ ਧਰਮ ਦੀਆਂ ਕਦਰਾਂ ਕੀਮਤਾਂ ਹੈ, ਜਦੋਂ ਉਹ ਤੋਂ ਥੱਲੇ ਡਿੱਗਾਂਗੇ ਤੇ ਇਹ ਸਾਰਾ ਕੁਝ ਵਾਪਰੇਗਾ। ਸਰਦਾਰ ਹਮੀਰ ਸਿੰਘ ਜੀ, ਵੈਸੇ ਆਮ ਇਹ ਮੰਨਿਆ ਜਾਂਦਾ ਹੈ ਕਿ ਸਿਆਸਤ ਜਿਹੜੀ ਹੈ ਉਹ ਧਰਮ ਦੇ ਨਜ਼ਰੀਏ ਤੋਂ ਇਹ ਕਰਦੀ ਚੰਗੀ ਲੱਗਦੀ ਹੈ। ਜਿਵੇਂ ਮੈਨੂੰ ਯਾਦ ਹੈ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਪੈਰੀਂ ਹੱਥ ਲਾਉਂਦੇ ਤੇ ਉਹਨੂੰ ਬੜਾ ਸਰਾਹਿਆ ਜਾਂਦਾ, ਉੱਤੇ ਕੋਈ ਕਿਸ ਨੂੰ ਆਪੱਤੀ ਵੀ ਨਹੀਂ ਹੁੰਦੀ। ਇਹ ਮੰਨਿਆ ਜਾਂਦਾ ਹੈ ਕਿ ਇੱਕ ਸੰਸਥਾਵਾਂ ਪ੍ਰਤੀ ਤੁਹਾਡਾ ਸ਼ਰਧਾ, ਤੁਹਾਡਾ ਸਤਿਕਾਰ ਹੁੰਦਾ ਹੈ। ਵਿਅਕਤੀਆਂ ਨਾਲੋਂ ਗੱਲ ਸੰਸਥਾਵਾਂ ਪ੍ਰਤੀ ਵੱਡੀ ਹੋ ਜਾਂਦੀ ਹੈ। ਲੇਕਿਨ ਜੇ ਇਹਦੇ ਉਲਟ ਹੋਵੇ ਤੇ ਉਹ ਬੜਾ ਅਜੀਬੋ-ਗਰੀਬ ਲੱਗਦਾ। ਤੁਸੀਂ ਇਹਦੇ ਉੱਤੇ ਹਲਕੀ ਜਿਹੀ ਇੱਕ ਟਿੱਪਣੀ ਦੇ ਦਿਓ ਜ਼ਰੂਰ। ਬਿਲਕੁਲ, ਜਦੋਂ ਸਾਡੇ ਨਾਰਮਲੀ ਇੱਕ ਸੱਭਿਆਚਾਰ ਚ ਵੀ ਹੈ ਨਾ, ਜਾਂ ਤਾਂ ਤੁਸੀਂ ਕਿਸੇ ਵੱਡੇ ਬਜ਼ੁਰਗ ਨੂੰ ਦੇਖ ਕੇ ਕਰਦੇ ਹੋ, ਕੋਈ ਜੇ ਗੋਡੀ ਹੱਥ ਵੀ ਲਾਉਂਦੇ ਹੋ ਨਾ, ਬਜ਼ੁਰਗ ਦੇਖ ਕੇ ਲਾਉਂਦੇ ਹੋ, ਉਮਰ ਦਾ ਲਿਹਾਜ਼ ਦੇਖ ਕੇ ਲਾਉਂਦੇ ਹੋ ਵੀ ਇਹ ਹੈ, ਜਾਂ ਕੋਈ ਉਸ ਲੈਵਲ ਦੀ ਅਹੁਦੇਦਾਰੀ ਜਾਂ ਉਸ ਲੈਵਲ ਦੀ ਕੋਈ ਕਮਾਈ ਕੀਤੀ ਹੋਵੇ, ਕੁਛ ਨਾ ਕੁਛ ਤਾਂ ਹੋਣਾ ਚਾਹੀਦਾ ਨਾ। ਤੇ ਜਦੋਂ ਤੁਸੀਂ ਪੋਲੀਟੀਕਲ ਪਾਵਰ ਦੇ ਐਂਗਲ ਤੋਂ ਗੱਲ ਕਰਦੇ ਹੋ ਜਾ ਕੇ, ਖਾਸ ਤੌਰ ਤੇ ਸੰਤਗਿਰੀ ਦਾ ਤਾਂ ਨਾ ਇੱਕ ਚੋੜਾ ਹੁੰਦਾ ਹੈ, ਉਹਦੇ ਚ ਰਿਲੀਜੀਅਸ ਸੈਂਟੀਮੈਂਟ ਹੁੰਦਾ ਵੀ ਚਲੋ ਉਹਦੇ ਤਾਂ ਥਾਂ ਵੀ ਲਾ ਦਿਓ, ਚਾਹੇ ਛੋਟਾ ਚਾਹੇ ਬੜਾ, ਲੋਕਾਂ ਨੂੰ ਇੱਕ ਗੱਲ ਇਤਿਹਾਸ ਤੌਰ ਤੇ ਜੱਚੀ ਹੁੰਦੀ ਹੈ। ਪਰ ਉਹ ਪੋਲੀਟੀਕਲੀ ਜਿਹੜੀ ਗੱਲ ਹੈ, ਮੈਨੂੰ ਲੱਗਦਾ ਕਿ ਜਿਹੜੇ ਚੀਫ ਮਿਨਿਸਟਰ ਖੱਟਰ ਸਾਹਿਬ ਨੇ, ਸ਼ਾਇਦ ਉਹਨਾਂ ਨੂੰ ਵੀ ਉਸ ਪਰੰਪਰਾ ਦਾ ਥੋੜਾ ਬਹੁਤ ਉਹਨਾਂ ਦੀ ਸ਼ਾਇਦ ਸਿੱਧਤ ਨਾਲ ਜਾਣਕਾਰੀ ਜਿਸ ਲੈਵਲ ਤੇ ਹੋਏ ਆ। ਤੁਸੀਂ ਚੰਗੇ ਭਲੇ ਕੁਰਸੀਆਂ ਤੇ ਬੈਠੇ ਹੋ, ਕੁਰਸੀਆਂ ਤੋਂ ਉੱਠ ਕੇ ਜਾ ਕੇ ਪੈਰ ਕੋਡੀ ਹੱਥ ਲਾਉਣਾ, ਉਵੇਂ ਝੁਕ ਕੇ ਜਿਹੜੀਆਂ ਚੀਜ਼ਾਂ ਕਰ ਰਹੇ ਹੋ ਨਾ, ਇਹ ਗੋਲ ਟੇਬਲ ਜੀ ਗੱਲਬਾਤ ਹੋ ਰਹੀ ਹੈ ਜਿੱਥੇ ਗੱਲ ਹੈ, ਐਮ ਨਹੀਂ ਕਿ ਦੂਰ ਇੱਕ ਦੂਜੇ ਨੂੰ ਬਾਹਰੋਂ ਆ ਕੇ ਮਿਲ ਰਹੇ ਨੇ ਇੱਕ ਦੂਜੇ ਦੇ ਬੰਦੇ, ਤਾਂ ਉਹਦੇ ਵਿੱਚ ਜਿਹੜਾ ਇਹ ਕਰਾਉਣਾ। ਔਰ ਇੱਕ ਗੱਲ ਮੈਨੂੰ ਲੱਗਦਾ ਇਹ ਵੀ ਪ੍ਰਥਾ ਹੋ ਗਈ ਹੈ ਸਾਡੇ, ਜਿਹੜੀ ਤਾਕਤਵਰ ਨੂੰ ਸਲਾਮ ਹੈ ਨਾ, ਚਾਹੇ ਤੁਸੀਂ ਮਹੰਤ ਬਣ ਹੀ ਗਏ, ਡੇਰੇ ਦੇ ਸਾਧ ਬਣ ਗਏ, ਬਾਕੀ ਹੋ ਗਏ, ਪਰ ਉਹ ਤਾਕਤ ਦਾ ਕੀੜਾ ਅਜੇ ਦਿਮਾਗ ਚੋਂ ਗਿਆ ਨਹੀਂ ਹੈ ਕਿ ਫਲਾਨਾ ਬੰਦਾ ਪਾਵਰਫੁਲ ਹੈ, ਕੰਮ ਹੋ ਜਾਊਗਾ, ਜੇ ਹੋ ਜੂ ਉਹ ਹੋ ਜੂ। ਤੁਸੀਂ ਦੁਨੀਆ ਚ ਉਹ ਕੰਮ ਨਹੀਂ ਛੱਡੇ ਆਪਣੇ, ਜਿਹੜੇ ਕੰਮ ਲੈਣ ਦੀਆਂ ਥਿਉਰੀਆਂ ਨੇ ਸ਼ਾਇਦ ਇਸ ਲੈਵਲ ਦੇ ਉੱਤੇ। ਉਹ ਮਾਨਸਿਕਤਾ ਦਾ ਵੀ ਇੱਕ ਫਰਕ ਹੁੰਦਾ ਕਿ ਮਾਨਸਿਕਤਾ ਨੂੰ ਦੂਰ ਕਰਨ ਦੀ ਲੋੜ ਹੁੰਦੀ ਹੈ। ਇਹਨਾਂ ਗੱਲਾਂ ਦਾ ਮੈਸੇਜ ਬਹੁਤ ਗਲਤ ਜਾਂਦਾ ਹੈ ਬੜੇ ਵੱਡੇ ਪੱਧਰ ਤੇ, ਔਰ ਇਹ ਵੀ ਇੱਕ ਮੇਰਾ ਖਿਆਲ ਹੈ ਨੈਕਸਸ ਬਣਦਾ ਜਾ ਰਿਹਾ ਸਾਡੇ ਦੇਸ਼ ਦੇ ਵਿੱਚ ਹੀ, ਓਵਰਆਲ ਪੰਜਾਬ ਹਰਿਆਣਾ ਜਿੱਥੇ ਵੀ ਮਰਜੀ ਹੈ, ਕਿ ਪਹਿਲਾਂ ਕੋਈ ਬਾਬਾ ਬੈਠਦਾ, ਫਿਰ ਉੱਥੇ ਪਾਵਰਫੁਲ ਪੋਲੀਟੀਸ਼ੀਅਨ ਜਾਣ ਲੱਗ ਜਾਂਦਾ, ਫਿਰ ਸ਼ਰਧਾਲੂ ਸੋਚਦਾ ਬਾਬੇ ਦੀ ਬੜੀ ਚੱਲਦੀ ਹੈ। ਇਹ ਰਲ ਮਿਲ ਕੇ ਇੱਕ ਜਿਹੜਾ ਇੱਕ ਸਿਸਟਮ ਹੈ ਨਾ, ਡਿਜ਼ਾਈਨ ਬਣਦਾ ਜਾ ਰਿਹਾ, ਫਿਰ ਉਹ ਵੋਟਾਂ ਤੱਕ ਵੀ ਚਲਾ ਜਾਂਦਾ ਹੌਲੀ ਹੌਲੀ। ਤੇ ਉਹ ਜਿਹੜਾ ਸਿਟੀਜ਼ਨ ਤੇ ਮਤਲਬ ਇੱਕ ਲੀਡਰ ਦਾ ਤਾਲਮੇਲ ਹੁੰਦਾ ਨਾ, ਉਹ ਬ੍ਰੇਕ ਹੋ ਗਿਆ ਬੁਰੀ ਤਰ੍ਹਾਂ, ਉਹ ਤਾਲਮੇਲ ਖਤਮ ਹੋ ਗਿਆ, ਇੱਕ ਵਿਚੋਲਗੀ ਦਾ ਜਿਹੜਾ ਤਾਲਮੇਲ ਸਟਾਰਟ ਹੋ ਗਿਆ। ਇਹਦਾ ਅਰਥ ਦੂਰ ਹੱਦ ਤੱਕ ਜਾਂਦਾ, ਜਿਹਦੇ ਤੋਂ ਗੁਰੇਜ਼ ਕਰਨਾ ਚਾਹੀਦਾ। ਔਰ ਸ਼ਾਇਦ ਸੁਖਬੀਰ ਸਿੰਘ ਬਾਦਲ ਨੇ ਇਹਦੇ ਤੇ ਜਿਹੜੀ ਇੱਕ ਗੱਲ ਕੀਤੀ ਹੈ ਪੋਲੀਟੀਕਲੀ, ਉਹਨਾਂ ਨੂੰ ਬਾਰ-ਬਾਰ ਸਮਝ ਆ ਰਹੀ ਹੈ ਹੁਣ ਇਸ ਗੱਲ ਦੇ ਵਿੱਚ। ਪਹਿਲਾਂ ਕਾਂਗਰਸ ਤੇ ਹੀ ਇਲਜ਼ਾਮ ਲਾਉਂਦੇ ਸੀ ਇਕੱਲੇ ਕਿ ਕਾਂਗਰਸ ਸਾਡੇ ਉਹਦੇ ਚ ਦਖਲ ਦੇ ਰਹੀ ਹੈ, ਕਦੇ ਸਾਧ ਸੰਗਤ ਬੋਰਡ ਬਣਾ ਕੇ, ਕਦੇ ਕੁਛ ਕਰਕੇ, ਕਦੇ ਕੁਛ ਕਰਕੇ। ਹੁਣ ਉਹਨਾਂ ਨੂੰ ਉਹਦੇ ਤੇ ਵੀ ਕਹਿਣਾ ਪੈ ਰਿਹਾ ਰੈਗੂਲਰ ਕਿ ਬੀਜੇਪੀ ਸਾਡੇ ਧਾਰਮਿਕ ਮਾਮਲਿਆਂ ਚ ਦਖਲ ਦੇ ਰਹੀ ਹੈ। ਔਰ ਅਸੀਂ ਪਹਿਲਾਂ ਤੋਂ ਕਹਿੰਦੇ ਆ ਰਿਹਾ ਕਿ ਹਰਿਆਣੇ ਦੀ ਤਾਂ ਨੋਮੀਨੇਸ਼ਨ ਇਸ ਕਰਕੇ ਕੀਤੀ ਹੈ, ਉੱਥੇ ਚੋਣ ਨਹੀਂ ਕਰਾ ਰਹੇ ਜਾਂ ਬਾਕੀ ਦੀਆਂ ਚੀਜ਼ਾਂ ਨੇ, ਔਰ ਤਾਂ ਕਿ ਸਿੱਖ ਆਪਣਾ ਨੁਮਾਇੰਦਾ ਆਪ ਚੁਣ ਲੈਣ। ਇਹ ਇੱਕ ਜਿਹੜਾ ਪੋਲੀਟੀਕਲ ਸਾਈਡ ਉਧਰ ਨੂੰ ਜਾ ਰਹੀ ਹੈ, ਫਿਰ ਤਾਂ ਲਾਜ਼ਮੀ ਇਹਦਾ ਪੋਲੀਟੀਕਲ ਇੰਪੈਕਟ ਵੀ ਪਏਗਾ ਪੰਜਾਬ ਦੀ ਰਾਜਨੀਤੀ ਤੇ ਵੀ ਔਰ ਬਾਕੀ ਕਿਤੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਸ਼ੁਕਰੀਆ ਜੀ।